अच्छा, ਅਸੀਂ ਜਿਸ ਵੇਲੇ ਕੱਲ ਪੜ੍ਹਦੇ ਪਏ ਸੀਗੇ ਦੂਸਰਾ ਰਾਜਾ ਉਸ ਦਾ 14ਵਾਂ ਭਾਗ ਤੇ ਇੱਕ ਉਦਾਹਰਨ ਆਈ ਸੀਗੀ ਜਿਹੜੀ ਦੇਖਣੀ ਜ਼ਰੂਰੀ ਆ ਅੱਜ, ਕਿਉਂਕਿ ਕੱਲ ਇੰਨਾ ਟਾਈਮ ਨਹੀਂ ਸੀ ਹੋਣਾ ਕਿ ਅਸੀਂ ਇਸ ਨੂੰ ਐਕਸਪਲੇਨ ਕਰ ਸਕਦੇ। ਸੋ ਕੋਈ ਜਾਣਾ 14 ਭਾਗ 1 ਤੋਂ ਲੈ ਕੇ 6 ਆਇਤ ਤੱਕ ਪੜ੍ਹਦਾ। मैं पढ़ देनी बस। थैंक यू मेरी बहन। ਯਹੂਦਾ ਦਾ ਰਾਜਾ ਅਸਮੀਆ ਰਾਜਾ ਜੋਆਹਾਜ਼ ਦੇ ਪੁੱਤਰ ਇਸਰਾਇਲ ਦੇ ਰਾਜਾ ਜੋਆਸ਼ ਨੇ ਰਾਜਕਾਲ ਦੇ ਦੂਜੇ ਸਾਲ ਵਿੱਚ ਰਾਜਾ ਜੋਆਸ਼ ਦਾ ਪੁੱਤਰ ਅਮਸਿਯਾਹ ਯਹੂਦਾ ਦਾ ਰਾਜਾ ਬਣਿਆ। ਅਮਸਿਯਾਹ ਦੀ ਰਾਜਗੱਦੀ ਉੱਤੇ ਬੈਠਣ ਸਮੇਂ 25 ਸਾਲ ਉਮਰ ਸੀ ਅਤੇ ਉਸਨੇ ਜਰੂਸਲਮ ਵਿੱਚ 29 ਸਾਲ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਹੋਆਦੀਨ ਸੀ ਅਤੇ ਉਹ ਜਰੂਸਲਮ ਦੀ ਰਹਿਣ ਵਾਲੀ ਸੀ, ਪਰ ਫਿਰ ਵੀ ਉਹ ਆਪਣੇ ਪੁਰਖੇ ਦਾਊਦ ਵਰਗਾ ਨਹੀਂ ਸੀ। ਪਰ ਇਹ ਸਭ ਹੋਣ ਤੇ ਵੀ ਉਸਨੇ ਪਰਾਏ ਦੇਵਤਿਆਂ ਦੇ ਪੂਜਾ ਸਥਾਨ ਖਤਮ ਨਹੀਂ ਕੀਤੇ ਸਨ, ਇਸ ਲਈ ਲੋਕ ਉਹਨਾਂ ਉੱਤੇ ਬਲੀਆਂ ਚੜਾਉਂਦੇ ਅਤੇ ਧੂਪ ਦਿਖਾਉਂਦੇ ਰਹੇ ਸਨ। ਫਿਰ ਜਦੋਂ ਰਾਜਾ ਅਮਸਿਯਾਹ ਨੇ ਯਹੂਦਾ ਦੀ ਰਾਜਗੱਦੀ ਉੱਤੇ ਪੂਰੀ ਤਰ੍ਹਾਂ ਨਾਲ ਅਧਿਕਾਰ ਕਰ ਲਿਆ ਤਾਂ ਉਸਨੇ ਆਪਣੇ ਉਹਨਾਂ ਸਭ ਅਧਿਕਾਰੀਆਂ ਨੂੰ ਕਤਲ ਕਰ ਦਿੱਤਾ ਜਿਨ੍ਹਾਂ ਨੇ ਉਸਦੇ ਪਿਤਾ ਨੂੰ ਕਤਲ ਕੀਤਾ ਸੀ। ਪਰ ਉਸਨੇ ਉਹਨਾਂ ਅਧਿਕਾਰੀਆਂ ਦੀ ਸੰਤਾਨ ਨੂੰ ਖਤਮ ਨਾ ਕੀਤਾ, ਕਿਉਂਕਿ ਮੂਸਾ ਦੁਆਰਾ ਪ੍ਰਭੂ ਦੀ ਮਿਲੀ ਵਿਵਸਥਾ ਵਿੱਚ ਲਿਖਿਆ ਸੀ, ਮਾਪੇ ਸੰਤਾਨ ਦੇ ਅਪਰਾਧਾਂ ਕਾਰਨ ਮਾਰੇ ਨਾ ਜਾਣ ਅਤੇ ਨਾ ਹੀ ਸੰਤਾਨ ਮਾਪਿਆਂ ਦੇ ਅਪਰਾਧਾਂ ਕਾਰਨ ਮਾਰੀ ਜਾਵੇ। ਕੇਵਲ ਜਿਸ ਮਨੁੱਖ ਦਾ ਅਪਰਾਧ ਹੋਵੇ ਉਹੀ ਮਾਰਿਆ ਜਾਵੇ। ਰਾਜਾ ਇੱਥੇ ਅਸੀਂ ਇਹ ਦੇਖਦੇ ਹਾਂ ਕਿ ਪ੍ਰਭੂ ਨੇ ਦੇ ਵਚਨ ਦੇ ਅਨੁਸਾਰ ਉਸਨੇ ਸਿਰਫ ਉਹਨਾਂ ਬੰਦਿਆਂ ਨੂੰ ਮਾਰਿਆ ਜਿਨ੍ਹਾਂ ਨੇ ਉਸਦੇ ਬਾਪ ਨੂੰ ਮਾਰਿਆ ਸੀ। ਜਿਸ ਲਈ ਅਸੀਂ ਪਿੱਛੇ ਪੜ੍ਹਦੇ ਸੀਗੇ ਤਾਂ ਉੱਥੇ ਸਾਨੂੰ ਵਚਨ ਦੇ ਵਿੱਚੋਂ ਪਤਾ ਲੱਗਾ ਸੀਗਾ ਕਿ ਤਦ ਰਾਜਾ ਯੋਆਸ ਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਬਿਉਂਤ ਬਣਾਈ ਅਤੇ ਉਸਨੂੰ ਮਿਲੇ ਘਰ ਵਿੱਚ ਜੋ ਸਿਲਾ ਦੀ ਢਾਲ ਉੱਤੇ ਸੀ ਮਾਰ ਦਿੱਤਾ। ਉਸਨੂੰ ਮਾਰਨ ਵਾਲੇ ਅਧਿਕਾਰੀਆਂ ਸ਼ਿਮਥ ਦਾ ਪੁੱਤਰ ਯੋਜਾਕਾਰ ਅਤੇ ਸ਼ਮੂਰ ਦਾ ਪੁੱਤਰ ਯਹੋਯਾਬਾਦ ਸਨ। ਉਹਨਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਉਸਦੇ ਪੁਰਖਿਆਂ ਦੀ ਕਬਰ ਦੇ ਵਿੱਚ ਦਫਨਾ ਦਿੱਤਾ। ਠੀਕ, ਸੋ ਉਸਨੇ ਇਹਨਾਂ ਦੋਨਾਂ ਨੂੰ ਤਾਂ ਮਾਰ ਦਿੱਤਾ। ਹੋਰ ਜਿਹੜੇ ਉਹਦੇ ਵਿੱਚ ਜਿਨ੍ਹਾਂ ਦਾ ਹੱਥ ਉਹਦੇ ਵਿੱਚ ਸੀ ਉਹਦੇ ਬਾਪ ਨੂੰ ਮਾਰਨ ਦੇ ਵਿੱਚ, ਉਹਨਾਂ ਨੂੰ ਮਾਰ ਦਿੱਤਾ। ਪਰ ਉਹਨੇ ਉਹਨਾਂ ਨੂੰ ਮਾਰਿਆ ਉਸ ਵੇਲੇ ਜਿਸ ਵੇਲੇ ਉਹਦਾ ਰਾਜ ਪੱਕਾ ਹੋ ਗਿਆ। ਹਰ ਪਾਸਿਓਂ ਉਸਨੇ ਦੇਖ ਲਿਆ ਕਿ ਮੇਰਾ ਰਾਜ ਪੱਕਾ ਹੈ, ਭਈ ਜਿਹੜੇ ਮੇਰਾ ਸੈਨਾਪਤੀ ਮੇਰੇ ਕਬਜ਼ੇ ਦੇ ਵਿੱਚ ਆ, ਮੇਰਾ ਸੈਨਾਪਤੀ ਮੇਰੇ ਅਧਿਕਾਰ ਦੇ ਵਿੱਚ ਆ, ਮੇਰੇ ਮੰਤਰੀ ਮੇਰੇ ਅਧਿਕਾਰ ਦੇ ਵਿੱਚ। ਸਾਨੂੰ ਇੱਥੋਂ ਪਤਾ ਲੱਗਦਾ, ਦੋ ਚੀਜ਼ਾਂ ਪਤਾ ਲੱਗਦੀਆਂ। ਇੱਕ ਤਾਂ ਉਹ ਬੰਦੇ ਕਾਫੀ ਹਾਈ, ਜਿੱਦਾਂ ਕਿ ਤੁਸੀਂ ਇਹ ਕਹਿ ਲਓ ਕਿ ਕਾਫੀ ਉੱਚੇ ਅਧਿਕਾਰ ਦੇ ਉੱਤੇ ਬੈਠੇ ਹੋ ਸੀ। ਠੀਕ, ਨੰਬਰ 2 ਦੇ ਉੱਤੇ ਉਸਨੇ ਸਿਰਫ ਉਹਨਾਂ ਨੂੰ ਮਾਰਿਆ ਪ੍ਰਭੂ ਦੇ ਵਚਨ ਦੇ ਅਨੁਸਾਰ। ਔਰ ਦੂਸਰੇ ਪਾਸੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਉਸਨੇ ਹੁਕਮ ਦਿੱਤਾ, ਯਹੂ ਨੂੰ ਹੁਕਮ ਦਿੱਤਾ ਕਿ ਤੂੰ ਅਹਾਬ ਦੇ ਖਾਨਦਾਨ ਦਾ ਕੋਈ ਬੰਦਾ ਛੱਡਣਾ। ਫਿਰ ਇਹਦਾ ਮਤਲਬ ਕਿ ਅਹਾਬ ਦੇ ਖਾਨਦਾਨ ਦੇ ਵਿੱਚ ਜਿੰਨੇ ਵੀ ਉਹਦੇ ਰਿਸ਼ਤੇਦਾਰ, ਜਿੰਨੇ ਵੀ ਉਹਦੇ ਰਾਜਕੁਮਾਰ, ਜਿੰਨੇ ਵੀ ਉਹਦੇ ਸੀਗੇ, ਉਹ ਸਾਰੇ ਮਾਰੇ ਗਏ। ਹੁਣ ਉਹੀ ਪ੍ਰਭੂ ਵਿਵਸਥਾ ਦੇ ਵਿੱਚ ਦੱਸਦਾ ਪਿਆ ਕਿ ਸਿਰਫ ਤੁਸੀਂ ਉਹਨੂੰ ਮਾਰਨਾ ਜਿਹਨੇ ਗੁਨਾਹ ਕੀਤਾ, ਉਹਨਾਂ ਦੇ ਬੱਚਿਆਂ ਨੂੰ ਨਹੀਂ ਮਾਰਨਾ। ਇਹ ਤਾਂ ਦੋਗਲੀ ਨੀਤੀ ਹੋ ਗਈ। ਫਿਰ ਇਸ ਨੂੰ ਕਿਸ ਤਰ੍ਹਾਂ ਦੇਖਾਂ? ਇਹਨੂੰ ਦੇਖਣ ਦਾ ਇੱਕ ਤਰੀਕਾ, ਵਿਵਸਥਾ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਸ ਵੇਲੇ ਜੋ ਕੋਈ ਜਿਸ ਦਾ ਕਤਲ ਕਰੇ ਨਾ, ਉਹ ਚਾਹੇ ਯਹੂਦਾ ਦੇ ਵਿੱਚ ਜਾਂ ਉਸ ਵੇਲੇ ਇਜ਼ਰਾਈਲ ਦਾ ਸੀਗਾ, ਇਜ਼ਰਾਈਲ ਦੇ 12 ਦੇ 12 ਕਬੀਲੇ ਸੀਗੇ, ਉਹ ਜਿਹੜਾ ਕਤਲ ਆ ਉਹ ਪਰਸਨਲ ਲੈਵਲ ਤੇ ਕਤਲ। ਲੇਕਿਨ ਦੂਜੇ ਪਾਸੇ ਜਿਹੜੀ ਸਜ਼ਾ ਮਿਲਦੀ ਪਈ ਆ ਉਹ ਕੌਮ ਨੂੰ ਬੁੱਤ ਪ੍ਰਸਤੀ ਦੇ ਵਿੱਚ ਪਾਉਣ ਦੀ ਸਜ਼ਾ ਮਿਲਦੀ ਪਈ। ਦੂਸਰੇ ਪਾਸੇ ਦਾ ਜਿਹੜਾ ਅਧਿਕਾਰ ਆ ਉਹ ਬਹੁਤ ਉੱਚਾ ਹੈ ਔਰ ਉਸ ਅਧਿਕਾਰ ਨੂੰ ਦੇ ਨਾਲ
वो एक ऐसा अधिकार आ कि लोग जे ना भी चाहण तो राजा तो डरते हुए बुत परस्ती करते पे। कोई बेचारा अपनी जॉब बचाने के लिए बुत परस्ती करता पिया, और राजा बुत परस्ती करवाउंदा पिया, और ओदी सजा मौत आ। वो करदा भी पिया ते करवाउंदा भी पिया। इस करके प्रभु ने कहा कि ऐसी सजा होनी चाहिए जिसनों सारा सारा यहूदा और इजराइल दोने याद रख। इसे करके असी देखा सीगा कि येहू दा खानदान सारा खत्म हो गया। उस तो पहला यारोबाम दा सारा खानदान खत्म हो गया, ते इस तो बाद असी एक खानदान होर खत्म हुंदा देखना। ये चीज सीगी, ये कारण सी, ये सीगा पर्सनल मर्डर। ये मर्डर किया उन्होंने, मर्डर करके राजे का उसनू दब दिता। उसके बेटे ने ला के अनुसार उन्होंने सजा दी है। वो सजा परमेश्वर दी है, ये सजा राजे दी। इस संविधान के अनुसार सजा है। ठीक, ये चीज सी। इस करके जिसलिए असं इसनू पढ़ते हैं तो फिर साडे दिमाग दे विच आउंदा कि आहाब दा खानदान क्यों सारा मारिया गया, येहू दा खानदान सारा क्यों मारिया गया, इसी तरह यारोबाम दा सारा खानदान क्यों मारिया गया। उन्होंने खानदान इस करके मारे गए कि उन्होंने कौम तो पाप करवाए सी। ठीक है, सो इत्थे साडा इत्थे ये आउंदा। फिर उस तो बाद असी सिस्टर जी उस तो बाद तुसी 7 आयत तो लैके 16 आयत तक पढ़ दो। ठीक है जी। ਰਾਜਾ ਅਮਸਿਆ ਨੇ ਲੋਨ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਹੱਲਾ ਕਰਕੇ ਉਹਨਾਂ ਦੇ ਨਗਰ ਸਲਾ ਉੱਤੇ ਕਬਜ਼ਾ ਕਰ ਲਿਆ। ਉਸਨੇ ਸਲਾ ਦਾ ਨਾਮ ਬਦਲ ਕੇ ਯਕਤੇਲ ਰੱਖਿਆ, ਜੋ ਅੱਜ ਤੱਕ ਹੈ। ਫਿਰ ਰਾਜਾ ਅਮਸਿਆ ਨੇ ਇਜ਼ਰਾਈਲ ਦੇ ਰਾਜਾ ਯਹੋਆਸ਼ ਕੋਲ ਇਹ ਸੰਦੇਸ਼ ਘੱਲਿਆ ਕਿ ਉਹ ਉਸ ਨਾਲ ਮੈਦਾਨ ਵਿੱਚ ਆਮੋ ਸਾਹਮਣੇ ਲੜੇ। ਯਹੋਆਸ਼ ਦੇ ਪਿਤਾ ਦਾ ਨਾਂ ਯਹੋਆਹਾਜ਼ ਸੀ ਅਤੇ ਦਾਦੇ ਦਾ ਨਾਂ ਯੇਹੂ ਸੀ। ਪਰ ਰਾਜਾ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮਸਿਆ ਕੋਲ ਇੱਕ ਉੱਤਰ ਘੱਲਿਆ। ਇੱਕ ਵਾਰ ਲਬਾਨੋਨ ਜੰਗਲ ਦੇ ਇੱਕ ਕੰਡਿਆਲੇ ਨੇ ਬਲਾਨੋਲ ਦੇ ਦਿਆਰ ਕੋਲ ਇਹ ਸੰਦੇਸ਼ ਘੱਲਿਆ, ਤੂੰ ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਰ ਦੇ। ਪਰ ਇੱਕ ਜੰਗਲੀ ਜਾਨਵਰ ਕੰਡਿਆਲੇ ਦੇ ਉੱਤੋਂ ਦੀ ਲੰਘ ਗਿਆ ਅਤੇ ਉਸ ਦੇ ਹੇਠ ਮਿਧਿਆ ਗਿਆ। ਇਸ ਲਈ ਅਮਸਿਆ, ਮੇਰੀ ਤੇਰੇ ਨਾਲ ਇਹ ਸਲਾਹ ਹੈ। ਇਹ ਠੀਕ ਹੈ ਕਿ ਤੂੰ ਅਦੋਮ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਹੁਣ ਤੂੰ ਹੰਕਾਰ ਨਾਲ ਭਰਿਆ ਪਿਆ ਹੈ। ਤੂੰ ਇਸ ਆਪਣੀ ਪ੍ਰਸਿੱਧੀ ਨਾਲ ਆਪਣੇ ਘਰ ਆਰਾਮ ਨਾਲ ਬੈਠ। ਤੂੰ ਕਿਉਂ ਆਪਣੇ ਅਤੇ ਆਪਣੇ ਲੋਕਾਂ ਲਈ ਬਿਰਤਾ ਮੁੱਲ ਲੈ ਰਿਹਾ ਹੈ? ਪਰ ਰਾਜਾ ਅਮਸਿਆ ਨੇ ਇਸਰਾਇਲ ਦੇ ਰਾਜੇ ਯਹੋਆਸ਼ ਦੀ ਸਲਾਹ ਨਾ ਮੰਨੀ। ਸੋ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮਸਿਆ ਉੱਤੇ ਆਪਣੀ ਸੈਨਾ ਨਾਲ ਚੜ੍ਹਾਈ ਕਰ ਦਿੱਤੀ। ਤਾਂ ਦੋਵਾਂ ਰਾਜਿਆਂ ਦਾ ਬੈਤ ਸ਼ਮਸ ਦੀ ਥਾਂ ਉੱਤੇ ਯੁੱਧ ਵਿੱਚ ਆਮੋ ਸਾਹਮਣਾ ਹੋਇਆ। ਇਸ ਯੁੱਧ ਵਿੱਚ ਰਾਜਾ ਅਮਸਿਆ ਦੀ ਸੈਨਾ ਹਾਰ ਗਈ ਅਤੇ ਉਸਦੇ ਆਦਮੀ ਯੁੱਧ ਦੇ ਮੈਦਾਨ ਵਿੱਚੋਂ ਨੱਠ ਗਏ। ਪਰ ਰਾਜਾ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮਸਿਆ ਨੂੰ ਬੰਦੀ ਬਣਾ ਲਿਆ ਅਤੇ ਉਹ ਜਰੂਸਲਮ ਦੇ ਅੰਦਰ ਵੜ ਗਿਆ। ਯਹੋਆਸ਼ ਨੇ ਜਰੂਸਲਮ ਦੀ ਬਾਹਰੀ ਦੀਵਾਰ ਇਫਰਾਇਮ ਦੇ ਫਾਟਕ ਤੋਂ ਲੈ ਕੇ ਨੁੱਕਰ ਵਾਲੇ ਫਾਟਕ ਅਰਥਾਤ ਕੋਈ 200 ਗਜ ਢਾਹ ਸੁੱਟੀ। ਉਸਨੇ ਪ੍ਰਭੂ ਦੇ ਮੰਦਰ ਅਤੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਜੋ ਵੀ ਸੋਨਾ, ਚਾਂਦੀ ਅਤੇ ਭਾਂਡੇ ਮਿਲੇ ਸਭ ਲੁੱਟ ਲਏ ਅਤੇ ਇਸ ਲੁੱਟ ਦੇ ਮਾਲ ਅਤੇ ਕੁਝ ਬੰਦੀ ਆਦਮੀਆਂ ਨਾਲ ਵਾਪਸ ਸਾਮਰੀਆ ਨੂੰ ਚਲਾ ਗਿਆ। ਰਾਜਾ ਯਹੋਆਸ਼ ਦੇ ਬਾਕੀ ਦੇ ਸਭ ਬਹਾਦਰੀ ਦੇ ਕੀਤੇ ਕੰਮਾਂ ਤੇ ਉਸਨੇ ਯਹੂਦਾ ਦੇ ਰਾਜਾ ਅਮਸਿਆ ਦੇ ਨਾਲ ਲੜੇ ਯੁੱਧ ਦਾ ਲੇਖਾ ਇਸਰਾਇਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਤਦ ਯਹੋਆਸ਼ ਮਰ ਗਿਆ ਅਤੇ ਸਾਮਰੀਆ ਵਿੱਚ ਰਾਜ ਘਰਾਣੇ ਦੀ ਕਬਰ ਵਿੱਚ ਦਫਨਾਇਆ ਗਿਆ। ਉਸ ਦੀ ਥਾਂ ਉਸਦਾ ਪੁੱਤਰ ਯਾਰੋਬਾਮ ਦੂਜਾ ਇਸਰਾਇਲ ਦਾ ਰਾਜਾ ਬਣਿਆ। ਸੋ ਹੁਣ ਇਹ ਹੈਗਾ ਕਿ ਜਿੱਤਾਂ ਦੋਨਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ, ਉਹਨੂੰ ਉਧਰਲੇ ਪਾਸਿਓਂ ਅਸੀਂ ਦੇਖਦੇ ਪਏ ਹਾਂ ਕਿ ਉਹ ਇਸ ਵੇਲੇ ਅਮੋਰੀਆਂ ਦੇ ਉੱਤੇ ਭਾਰੀ ਆ। ਸੋ ਅਸੀਂ ਜਿਸ ਵੇਲੇ ਆਪਣਾ ਮੈਪ ਦੇਖਦੇ ਹਾਂ ਤੇ ਅਸੀਂ
ਸੋ ਹੁਣ ਅਸੀਂ ਜਿਸ ਵੇਲੇ ਦੇਖਦੇ ਪਏ ਹਾਂ, ਕੱਲ ਥੋੜਾ ਜਿਹਾ ਆਪਣੇ ਮੇਰੇ ਕੋਲੋਂ ਕੱਲ ਗਲਤੀ ਹੋਈ ਆ ਕਿ ਜਿਹੜਾ ਯਹੂਦਾ ਦੇ ਰਾਜਾ ਨੇ ਅਦੋਮ ਦੇ ਰਾਜਾ ਦੇ ਥੋੜੇ ਜਿਹੇ ਸ਼ਹਿਰਾਂ ਦੇ ਉੱਤੇ ਹੱਲਾ ਕਰਕੇ ਤਾਂ ਉਸਨੇ ਇਹਨਾਂ ਨੂੰ ਦੱਬ ਲਿਆ। ਔਰ ਦੂਸਰੇ ਪਾਸੇ ਇਜ਼ਰਾਈਲ ਜਿਹੜਾ ਹੈ ਉਹ ਹਮੋਨੀਆਂ ਦੇ ਵਿੱਚ ਵੱਧਦਾ ਪਿਆ ਔਰ ਉਹ ਅਰਾਮੀਆਂ ਦੇ ਵਿੱਚ ਵੱਧਦਾ ਪਿਆ। ਸੋ ਦੋਨੋਂ ਜਿਹੜੀਆਂ ਕਿੰਗਡਮਸ ਆ, ਪ੍ਰਭੂ ਦੋਨਾਂ ਨੂੰ ਹੀ ਜਿੱਤ ਦੇ ਰਿਹਾ, ਅਸੀਂ ਇਹ ਦੇਖਦੇ ਪਏ। ਔਰ ਫਿਰ ਹੁਣ ਜਿਹੜਾ ਸੀਗਾ ਰਾਜਾ ਅਮਸਿਆ ਨੇ ਇਜ਼ਰਾਈਲ ਦੇ ਰਾਜਾ, ਸੋ ਇਧਰਲੇ ਪਾਸਿਓਂ ਇਧਰ ਨੂੰ ਸੁਨੇਹਾ ਜਾਂਦਾ ਪਿਆ। ਮੈਂ ਕੱਲ ਗਲਤੀ ਦੇ ਨਾਲ ਕਹਿ ਦਿੱਤਾ ਸੀਗਾ ਕਿ ਐਸ ਰਾਜੇ ਨੇ ਇਹਨੂੰ ਸੁਨੇਹਾ ਘੱਲਿਆ, ਨਹੀਂ, ਯਹੂਦਾ ਦੇ ਰਾਜਾ ਨੇ ਸਾਮਰੀਆ ਦੇ ਰਾਜਾ ਨੂੰ, ਜਰੂਸਲਮ ਦੇ ਰਾਜਾ ਨੇ ਸਾਮਰੀਆ ਦੇ ਰਾਜੇ ਨੂੰ ਸੁਨੇਹਾ ਘੱਲਿਆ ਕਿ ਤੂੰ ਮੇਰੇ ਨਾਲ ਯੁੱਧ ਕਰ। ਤੇ ਉਸਨੇ ਕਿਹਾ ਕਿ ਉਸਨੇ ਵੀ ਇੱਕ ਕਹਾਣੀ ਬਣਾ ਕੇ ਘੱਲੀ ਕੰਡਿਆਲੀ ਝਾੜੀ ਦੀ, ਤੇ ਲਬਾਨੋਨ ਦੇ ਜੰਗਲ ਦੇ ਵਿੱਚ ਇੱਕ ਕੰਡਿਆਲੀ ਝਾੜੀ ਨੇ ਬਲਾਨੋਨ ਦੇ ਦਿਆਰ ਨੂੰ ਕਿਹਾ, ਯਾਨੀ ਕਿ ਦਿਆਰ ਜਿਹੜੀ ਸਾਡੇ ਬਾਹਰ ਆ ਲੱਕੜੀਆਂ ਲੱਗੀਆਂ ਇਹਨਾਂ ਨੂੰ ਦਿਆਰ ਕਹਿੰਦੇ ਆ, ਦਿਆਰ ਚੀਲ ਇਹ। ਸੋ ਉਸ ਨੂੰ ਕਿਹਾ ਕਿ ਤੂੰ ਆਪਣੀ ਧੀ ਦਾ ਰਿਸ਼ਤਾ ਮੇਰੇ ਬੇਟੇ ਨੂੰ ਦੇ ਦੇ। ਜੰਗਲੀ ਜਾਨਵਰ ਉਹਦੇ ਉੱਤੋਂ ਦੀ ਲੰਘ ਗਿਆ। ਸੋ ਉਸਨੇ ਉਸਦੀ ਬੇਇੱਜ਼ਤੀ ਕੀਤੀ ਕਿ ਤੂੰ ਏਦਾਂ ਦੀਆਂ ਗੱਲਾਂ ਨਾ ਕਰ। ਸੋ ਉਸਨੇ ਜਰੂਸਲਮ ਨੂੰ ਇਹ ਵਾਪਸ ਸੁਨੇਹਾ ਘੱਲਿਆ, ਪਰ ਇਸਨੇ ਇਹ ਹਟਿਆ ਨਹੀਂ, ਇਸਨੇ ਜੰਗ ਕੀਤੀ, ਕਿਉਂਕਿ ਇਹਦੇ ਕੋਲ ਇਹ ਥੋੜਾ ਜਿਹਾ ਹਿੱਸਾ ਆ ਗਿਆ ਸੀ। ਸੋ ਇਹ ਥੋੜਾ ਜਿਹਾ ਘਮੰਡ ਵਿੱਚ ਆ ਗਿਆ ਸੀਗਾ। ਸੋ ਉਸਨੇ ਕਿਹਾ ਕਿ ਤੂੰ ਘਮੰਡ ਨਾ ਕਰ, ਵੀ ਤੂੰ ਆਪਣਾ ਆਰਾਮ ਦੇ ਨਾਲ ਤੂੰ ਰਹਿ, ਆਰਾਮ ਨਾਲ ਸਾਨੂੰ ਰਹਿਣ ਦੇ। ਫਿਰ ਅਸੀਂ ਦੇਖਦੇ ਹਾਂ ਕਿ ਇਸਨੇ ਜਿਸਲੇ ਹਮਲਾ ਕੀਤਾ ਤੇ ਯਹੂਦਾ ਦੀ ਜਿਹੜੀ ਸੈਨਾ ਸੀ ਦੌੜ ਗਈ, ਰਾਜਾ ਬੰਦੀ ਬਣ ਗਿਆ। ਉਹ ਜਰੂਸਲਮ ਦੇ ਵਿੱਚ ਆਇਆ, ਉਸਨੇ ਜਰੂਸਲਮ ਦੀਆਂ ਕੰਧਾਂ ਢਾਈਆਂ ਨੇ, ਜਰੂਸਲਮ ਦੇ ਮੰਦਿਰ ਦੇ ਵਿੱਚੋਂ ਸੋਨਾ ਚਾਂਦੀ ਲੁੱਟਿਆ। ਸੋ ਭਰਾ ਦੇ ਨਾਲ ਲੜਦੇ ਪਏ। ਬੇਸਿਕਲੀ ਜਿਹੜੀ ਚੀਜ਼ ਆ, ਜਿਸ ਚੀਜ਼ ਨੇ ਇਹਨਾਂ ਨੂੰ ਪਹਿਲਾਂ ਦੋਨਾਂ ਨੂੰ ਕਮਜ਼ੋਰ ਕੀਤਾ ਸੀਗਾ, ਉਹੀ ਕੰਮ ਇਹਨਾਂ ਦੋਨਾਂ ਨੇ ਫੇਰ ਕਰਨੇ ਸ਼ੁਰੂ ਕਰ ਦਿੱਤੇ, ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਸੋ ਉਸ ਦੇ ਨਾਲ ਉਹ ਫੜਿਆ ਗਿਆ, ਉਹ ਸਾਰਾ ਲੁੱਟ ਲੱਟ ਕੇ ਲੈ ਗਿਆ। ਪਹਿਲਾਂ ਵੀ ਜਿਹੜਾ ਉਸਦੇ ਬਾਪ ਨੇ ਥੋੜਾ ਬਹੁਤਾ ਇਕੱਠਾ ਕੀਤਾ ਸੀਗਾ, ਉਹ ਉਸਨੂੰ ਆਰਾਮੀ ਰਾਜਾ ਨੂੰ ਦੇਣਾ ਪਿਆ। ਠੀਕ, ਹੁਣ ਇਹ ਲੁੱਟ ਕੇ ਲੈ ਗਿਆ। ਸੋ ਉਸਦੇ ਨਾਲ ਯਹੂਦਾ ਦਾ ਜਿਹੜਾ ਇਲਾਕਾ ਸੀ ਉਹ ਹੋਰ ਕਮਜ਼ੋਰ ਹੋ ਗਿਆ। ਇਹ ਇਸ ਵੇਲੇ ਕਾਫੀ ਤਕੜਾ, ਲੇਕਿਨ ਇਹ ਕਮਜ਼ੋਰ ਹੋ ਗਿਆ। ਸੋ ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ। ਸੋ ਉਸਨੇ ਬੰਦੀ ਬਣਾ ਕੇ ਤਾਂ ਲੈ ਗਿਆ, ਬਾਅਦ ਦੇ ਵਿੱਚ ਉਸਨੂੰ ਛੱਡ ਦਿੱਤਾ ਕਿਉਂਕਿ ਉਸਦੀ ਮੌਤ ਹੋ ਗਈ। ਯੋਆਸ ਜਿਹੜਾ ਸੀਗਾ ਇਧਰਲਾ ਜਿਹੜਾ ਰਾਜਾ ਸੀ, ਇਸ ਦੀ ਮੌਤ ਹੋ ਗਈ, ਉਸਨੇ ਛੱਡ ਦਿੱਤਾ। ਲੇਕਿਨ ਉਸ ਤੋਂ ਬਾਅਦ ਇਜ਼ਰਾਈਲ ਦੇ ਰਾਜਾ ਦੇ ਮਰਨ ਦੇ ਪਿੱਛੋਂ 15 ਸਾਲ, ਹੁਣ 17 ਆਇਤ ਦੇਖਾਂਗੇ, ਜਿਸਲੇ ਛੱਡ ਦਿੱਤਾ ਤੇ ਇਹ 15 ਸਾਲ ਉਸ ਤੋਂ ਬਾਅਦ ਹੋਰ ਜਿਉਂਦਾ ਰਿਹਾ। ਲੇਕਿਨ ਉਹਦਾ ਜਗ੍ਹਾ ਤੇ ਜਿਹੜਾ ਰਾਜਾ ਬਣਿਆ ਹੁਣ, ਉਸਦਾ ਨਾਂ ਯਾਰਾਬੁਆਮ। ਸੋ ਯਾਰਾਬੁਆਮ ਦਾ ਸੈਕੰਡ, ਠੀਕ, ਉਸਨੇ ਜਿਸ ਇਨਸਾਨ ਨੇ ਜਿਹੜਾ ਸਭ ਤੋਂ ਪਹਿਲਾ ਰਾਜਾ ਬਣਿਆ ਸੀਗਾ, ਉਹਦੇ ਨਾਂ ਤੇ ਆਪਣੇ ਪੁੱਤਰ ਦਾ ਨਾਮ ਰੱਖਿਆ। ਸੋ ਉਹ ਹੁਣ ਦੁਆਰਾ ਇੱਥੇ ਰਾਜ ਕਰਦਾ ਪਿਆ। ਸੋ ਜਿਹੜਾ ਯਾਰਾਬੁਆਮ ਅਸੀਂ ਪੜ੍ਹ ਆਏ ਆ, ਅਸੀਂ ਉਹਦੇ ਵੱਲ ਧਿਆਨ ਨਹੀਂ ਕਰਨਾ, ਇਹ ਦੇਖਣਾ ਕਿ ਇਹ ਜਿਹੜਾ ਯਾਰਾਬੁਆਮ ਆ, ਇਸ ਨੂੰ ਰਾਜ ਦਿੱਤਾ ਗਿਆ। ਔਰ ਇਹ ਜਿਹੜਾ ਰਾਜ ਆ, ਇਹ ਆਲਮੋਸਟ ਉਸ ਦਾ ਸਿਰਫ ਨਾਂ ਰੱਖਿਆ ਗਿਆ, ਪਰ ਇਹ ਇੱਥੇ ਦਾ ਨਵਾਂ ਰਾਜਾ ਹੈ। ਹਾਂਜੀ, ਆਓ 17 ਆਇਤ ਤੋਂ 17 ਆਇਤ ਤੋਂ ਲੈ ਕੇ ਅਸੀਂ ਇਸ ਨੂੰ ਚੈਪਟਰ ਦੇ ਐਂਡ ਤੱਕ ਦੇਖਾਂਗੇ। ਯਹੂਦਾ ਦਾ ਰਾਜਾ ਅਮਸਿਆ ਇਸਰਾਇਲ ਦੇ ਰਾਜਾ ਯਹੋਆਸ਼ ਦੇ ਮਰਨ ਪਿੱਛੋਂ 15 ਸਾਲ ਜਿਉਂਦਾ ਰਿਹਾ। ਰਾਜਾ ਅਮਸਿਆ ਦੇ ਸਭ ਕੰਮਾਂ ਦਾ ਲੇਖਾ ਯਹੂਦਾ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਜਰੂਸਲਮ ਵਿੱਚ ਕੁਝ ਆਦਮੀਆਂ ਨੇ ਮਿਲ ਕੇ ਰਾਜਾ ਅਮਸਿਆ ਨੂੰ ਮਾਰਨ ਦੀ ਵਿਉਂਤ ਬਣਾਈ, ਪਰ ਉਹ ਲਕੀਸ਼ ਨਗਰ ਨੂੰ ਨੱਠ ਗਿਆ। ਪਰ ਉਸਦੇ ਵੈਰੀਆਂ ਨੇ ਉਸ ਦਾ ਪਿੱਛਾ ਕੀਤਾ ਤੇ ਉਸਨੂੰ ਲਕੀਸ਼ ਵਿੱਚ ਹੀ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਘੋੜੇ ਉੱਤੇ ਜਰੂਸਲਮ ਸ਼ਹਿਰ ਵਿੱਚ ਲਿਆਂਦੀ ਗਈ ਅਤੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਸ਼ਾਹੀ ਕਬਰ ਵਿੱਚ ਦਫਨਾਇਆ ਗਿਆ।
ਤਦ ਯਹੂਦਾ ਦੇ ਸਭ ਲੋਕਾਂ ਨੇ ਮਿਲ ਕੇ ਅਮਸਿਆ ਦੀ ਥਾਂ ਉਸ ਦੇ ਪੁੱਤਰ ਉਜ਼ੀਆ ਨੂੰ ਆਪਣਾ ਰਾਜਾ ਬਣਾਇਆ, ਜਿਸ ਦੀ ਉਮਰ 16 ਸਾਲ ਸੀ। ਰਾਜਾ ਉਜ਼ੀਆ ਨੇ ਆਪਣੇ ਪਿਤਾ ਦੀ ਮੌਤ ਦੇ ਪਿੱਛੋਂ ਏਲਤ ਨਗਰ ਨੂੰ ਜਿੱਤ ਕੇ ਦੁਬਾਰਾ ਉਸਾਰਿਆ ਤੇ ਉਸ ਨੂੰ ਯਹੂਦਾ ਵਿੱਚ ਮਿਲਾ ਲਿਆ। ਯਹੂਦਾ ਦੇ ਰਾਜਾ ਜੋਆਸ਼ ਦੇ ਪੁੱਤਰ ਰਾਜਾ ਮਸੀਹਾ ਦੇ ਰਾਜਕਾਲ ਦੇ 15ਵੇਂ ਸਾਲ ਵਿੱਚ ਜੋਆਸ਼ ਦਾ ਪੁੱਤਰ ਯਾਰਾਬੁਆਮ ਦੂਜਾ ਇਸਰਾਇਲ ਦਾ ਰਾਜਾ ਬਣਿਆ ਅਤੇ ਉਸਨੇ ਇਸਰਾਇਲ ਉੱਤੇ 31 ਸਾਲ ਰਾਜ ਕੀਤਾ। ਉਸਨੇ ਆਪਣੇ ਤੋਂ ਪਹਿਲਾਂ ਹੋਏ ਨਬਾਟ ਦੇ ਪੁੱਤਰ ਰਾਜਾ ਯਾਰਾਬੁਆਮ ਵਾਂਗ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਤੇ ਇਸਰਾਇਲ ਤੋਂ ਵੀ ਪਾਪ ਕਰਵਾਇਆ। ਪਰ ਉਸਨੇ ਇਸਰਾਇਲ ਦੇ ਉਸ ਇਲਾਕੇ ਨੂੰ ਜੋ ਹਮਾਤ ਦੇ ਲਾਂਘੇ ਤੋਂ ਲੈ ਕੇ ਅਰਾਬਾਤ ਸਾਗਰ ਤੱਕ ਸੀ ਨੂੰ ਦੁਬਾਰਾ ਜਿੱਤ ਕੇ ਇਸਰਾਇਲ ਵਿੱਚ ਮਿਲਾਇਆ ਸੀ। ਇਹ ਉਸਨੇ ਪ੍ਰਭੂ ਦੇ ਉਸ ਬਚਨ ਅਨੁਸਾਰ ਕੀਤਾ ਜੋ ਪ੍ਰਭੂ ਨੇ ਆਪਣੇ ਨਵੀ ਜੋਨਾ ਅਰਥਾਤ ਅਮਿਤਈ ਦੇ ਪੁੱਤਰ ਜੋ ਗਤ ਹੇਫਰ ਦਾ ਨਿਵਾਸੀ ਸੀ ਦੁਆਰਾ ਬੋਲਿਆ ਸੀ। ਤਦ ਪ੍ਰਭੂ ਨੇ ਇਸਰਾਇਲ ਦੇ ਭਿਆਨਕ ਦੁੱਖਾਂ ਨੂੰ ਦੇਖਿਆ, ਕਿਉਂਕਿ ਉਹਨਾਂ ਨੂੰ ਕੋਈ ਛੁਟਕਾਰਾ ਦੇਣ ਵਾਲਾ ਨਹੀਂ ਸੀ। ਸੋ ਪ੍ਰਭੂ ਨੇ ਉਹਨਾਂ ਨੂੰ ਰਾਜਾ ਯਾਰਾਬੁਆਮ ਦੂਜੇ ਦੁਆਰਾ ਛੁਟਕਾਰਾ ਦਿੱਤਾ, ਕਿਉਂਕਿ ਉਹ ਇਸਰਾਇਲੀ ਕੌਮ ਨੂੰ ਪੂਰਨ ਤੌਰ ਤੇ ਨਾਸ਼ ਕਰਨਾ ਨਹੀਂ ਚਾਹੁੰਦਾ ਸੀ। ਰਾਜਾ ਯਾਰਾਬੁਆਮ ਦੂਜੇ ਦੇ ਬਾਕੀ ਸਭ ਬਹਾਦਰੀ ਦੇ ਕੰਮ ਜੋ ਉਸਨੇ ਕੀਤੇ ਅਤੇ ਕਿਸ ਤਰ੍ਹਾਂ ਉਸਨੇ ਦਮਿਸ਼ਕ ਤੇ ਹਮਾਤ ਜੋ ਯਹੂਦਾ ਦੇ ਸਨ ਜਿੱਤ ਕੇ ਇਸਰਾਇਲ ਵਿੱਚ ਮਿਲਾਇਆ, ਸਭ ਦਾ ਹਾਲ ਇਸਰਾਇਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਤਦ ਰਾਜਾ ਯਾਰਾਬੁਆਮ ਦੂਜਾ ਮਰ ਗਿਆ ਅਤੇ ਉਸ ਨੂੰ ਸ਼ਾਹੀ ਘਰਾਣੇ ਦੀ ਕਬਰ ਵਿੱਚ ਦਫਨਾ ਦਿੱਤਾ ਗਿਆ ਅਤੇ ਉਸ ਦੀ ਥਾਂ ਉਸ ਦਾ ਪੁੱਤਰ ਜ਼ਕਰੀਆ ਇਸਰਾਇਲ ਦਾ ਰਾਜਾ ਬਣਿਆ। ਆਮੀਨ। ਸੋ ਹੁਣ ਅਸੀਂ ਦੇਖਦੇ ਹਾਂ ਕਿ ਫਟਾਫਟ ਇੱਕ ਰਾਜਾ ਜਾ ਰਿਹਾ, ਇੱਕ ਰਾਜਾ ਆ ਰਿਹਾ, ਇੱਕ ਰਾਜਾ ਜਾ ਰਿਹਾ, ਇੱਕ ਆ ਰਿਹਾ। ਸਮਾਂ ਬਥੇਰਾ ਆ, ਲੇਕਿਨ ਉਹਨਾਂ ਦੇ ਇੰਨੇ ਕੰਮ ਨਹੀਂ ਹੈਗੇ, ਅਸੀਂ ਇਹ ਦੇਖਦੇ ਪਏ। ਹੁਣ ਅਸੀਂ ਦੇਖਿਆ ਕਿ ਦੂਸਰੇ ਪਾਸੇ ਫਿਰ ਇਹ ਰਾਜਾ ਜਿਹੜਾ ਉਸਦਾ ਬਾਪ ਨੂੰ ਵੀ ਕਤਲ ਕੀਤਾ ਗਿਆ ਸੀ, ਉਹਨੂੰ ਵੀ ਕਤਲ ਕੀਤਾ ਗਿਆ, ਉਹਨੂੰ ਵੀ ਕਤਲ ਕੀਤਾ ਗਿਆ। ਵਾਈ? ਰਾਜਗੱਦੀ ਦੀ ਖਾਤਰ? ਨਹੀਂ, ਰਾਜਗੱਦੀ ਦੀ ਖਾਤਰ ਉਹਨੂੰ ਕਤਲ ਕਿਸੇ ਹੋਰ ਕਾਰਨ ਕਰਕੇ ਦਿੱਤਾ ਗਿਆ। ਉਹ ਕਾਰਨ ਅਸੀਂ ਇਤਿਹਾਸ ਦੀ ਪੋਥੀ ਦੇ ਵਿੱਚ ਜਾ ਕੇ ਦੇਖਾਂਗੇ। ਲੇਕਿਨ ਜਿਸ ਲਈ ਅਸੀਂ ਇੱਥੇ ਵਚਨ ਦੇ ਵਿੱਚ ਦੇਖਦੇ ਹਾਂ ਤਾਂ ਉਹਨੂੰ ਕਤਲ ਕਰਕੇ ਉਹਦੀ ਜਗ੍ਹਾ ਤੇ ਉਜੀਆ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ। ਔਰ ਇੱਥੇ ਯਸਾਇਆ ਨਬੀ ਦਾ ਜਨਮ ਹੋਇਆ। ਯਸਾਇਆ ਨਬੀ ਦਾ ਜਨਮ ਇੱਥੇ ਹੋਇਆ। ਯਸਾਇਆ ਨਬੀ ਦੇ ਵਿੱਚ ਅਸੀਂ ਜਿਹੜਾ ਬਹੁਤ ਕੁਝ ਪੜ੍ਹਦੇ ਹਾਂ, ਪ੍ਰਭੂ ਨੇ ਉਸ ਨੂੰ ਸਭ ਕੁਝ ਦਿਖਾਤਾ ਸੀ ਪ੍ਰਭੂ ਯਿਸੂ ਮਸੀਹ ਦੇ ਬਾਰੇ। ਕਹਿੰਦੇ ਜੇ ਕਿਸੇ ਨੇ ਜੀਸਸ ਮੂਵੀ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 600 ਸਾਲ ਪਹਿਲਾਂ ਦੇਖੀ ਤਾਂ ਉਹ ਯਸਾਇਆ ਨੇ ਦੇਖੀ। ਉਹ ਯਸਾਇਆ ਨੇ, ਸੋ ਉਹ ਨਬੀ ਪ੍ਰਭੂ ਨੇ ਦਿੱਤਾ। ਉਹਦਾ ਜਨਮ ਹਾਲੇ ਹੋਇਆ, ਬੱਚਾ ਆਇਆ। ਔਰ ਉਜੀਆ ਜਿਹੜਾ ਉੱਥੇ ਰਾਜਾ ਬਣਿਆ। ਸੋ ਅਸੀਂ ਦੇਖਦੇ ਪਏ ਹਾਂ ਕਿ ਖਾਸ ਕਰਕੇ 23ਵੀਂ ਆਇਤ ਯਹੂਦਾ ਦੇ ਰਾਜਾ ਯੋਆਸ ਦੇ ਪੁੱਤਰ ਰਾਜਾ ਅਮਸਿਆ ਦੇ ਰਾਜਕਾਲ ਦੇ 15ਵੇਂ ਸਾਲ ਵਿੱਚ ਯੋਆਸ ਦਾ ਪੁੱਤਰ ਯਾਰਾਬੁਆਮ ਦੂਜਾ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸਨੇ ਇਜ਼ਰਾਈਲ ਦੇ ਉੱਤੇ 41 ਸਾਲ ਰਾਜ ਕੀਤਾ। ਉਸਨੇ ਆਪਣੇ ਤੋਂ ਪਹਿਲਾਂ ਹੋਏ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਪ੍ਰਭੂ ਦੇ ਵਿਰੁੱਧ ਪਾਪ ਕੀਤਾ। ਦੋਨਾਂ ਦੇ ਨਾਂ ਇੱਕੋ ਹੀ ਹੈ। ਨਬਾਟ ਦਾ ਜਿਹੜਾ ਪੁੱਤਰ ਯਾਰਾਬੁਆਮ ਸੀ, ਉਹ ਸਭ ਤੋਂ ਪਹਿਲਾ ਰਾਜਾ ਸੀ ਇਜ਼ਰਾਈਲ ਦਾ, ਯਾਨੀ ਕਿ ਵੰਡ ਹੋਏ, ਜਿਸਲੇ ਦੇਸ਼ ਵੰਡ ਹੋ ਗਿਆ, ਵੰਡ ਹੋਏ ਹਿੱਸੇ ਦਾ ਸਭ ਤੋਂ ਪਹਿਲਾ ਰਾਜਾ ਸੀ। ਸੋ ਇਸ ਯਾਰਾਬੁਆਮ ਨੇ ਵੀ ਉਸ ਯਾਰਾਬੁਆਮ ਨੂੰ ਉਹੀ ਕੰਮ ਕੀਤੇ। ਉਹਦਾ ਕਿਹੜਾ ਕੀ ਪਾਪ ਸੀਗਾ? ਉਸਨੇ 2 ਬੱਚੇ ਬਣਾ ਦਿੱਤੇ ਸੀ ਪਰ ਇਜ਼ਰਾਈਲ ਨੂੰ ਕਿਹਾ ਸੀ ਕਿ ਇਹ ਉਹ ਖੁਦਾਇਆ, ਇਹ ਉਹ ਪਰਮੇਸ਼ਵਰ ਆ ਤੁਹਾਡੇ ਜਿਹੜੇ ਤੁਹਾਡੇ ਬਜ਼ੁਰਗਿਆਂ ਨੂੰ ਮਿਸਰ ਦੀ ਗੁਲਾਮੀ ਚੋਂ ਕੱਢ ਕੇ ਲੈ ਕੇ ਆਏ ਸੀ। ਔਰ ਉਹਨਾਂ ਨੇ ਉਹ ਬੱਚਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਨੇ ਕਰਵਾਈ ਸੀ। ਉਹ ਰਾਜਾ ਸੀ, ਉਸਨੇ ਪੂਜਾ ਕਰਵਾਈ ਸੀ, ਇਸ ਕਰਕੇ ਉਸਦਾ ਪਾਪ ਜ਼ਿਆਦਾ।
इस करके उसके परिवार समेत उसनू मौत मिली। और ये भी इहो ही काम करता पाया, लेकिन प्रभु की दया देखो, कहता 25वीं आयत दे विच प्रभु के वचन दे विच लिखिया कि और देखो इत्थे जिहड़ा हैगा उसने पाप कीता नहीं, इस गल का ध्यान रखो, उसने पाप कीता नहीं, उसने अपने तो पहला होए नबाट दे पुत्र यारावांग दे वांग प्रभु दे विरुद्ध पाप कीता अते इसराइल तो पाप करवाया। तो सिर्फ कीता नहीं, करवाया भी। तो ਇਹਦੀ तैयारी भी शुरू हो गई। सो पर फिर भी पर उसने इसराइल दे उस इलाके नू जो हमाथ दे लांघे तो लैके अराबा सागर तक सी नू दोबारा जित के इसराइल दे विच मिलाया अते ए उसने प्रभु दे उस वचन अनुसार किया जो प्रभु ने अपने नबी यूना अर्थात अमतई दे पुत्र जो गथ हेफर दा निवासी सी द्वारा 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 बोलिया सी। प्रभु ने हाले भी वो दया करता है। मैं तुहानू एक चीज दिखाना जी देखने वाली। सब तो पहला वो इलाका देखते जिहड़ा उसने जितया। सो आ जिहड़ा इलाका है ना, आहा जिहड़ा इलाका है इधरले पासे का, आ जिहड़ा सागर दे नाल नाल दा आ सारा आ गया मैडिटेरेनियन सीज। सो जिहड़े फिनिशियन पीपल आ, ये जिहड़े गोरे आ, इन्हां नू उसने दड़ाया और इस इलाके दे उत्ते इस थोड़े जे इलाके दे उत्ते उसने दोबारा कब्जा किया। और ये बड़े इंपोर्टेंट, ये इलाके बड़े इंपोर्टेंट इलाके सीगे क्योंकि इत्थे इत्थे खास करके आ जिहड़ा इलाका सीगा, आह जिहड़ा इन्ना का इलाका सी, इत्थे नैचुरल जिद्दां कि तुसीं ये कह लो कि जहाज़ां दे अड्डे सीगे, नैचुरली बने हो सी, बनाए हो नहीं सीगे, नैचुरली सीगे। मोस्टली जिहड़े जहाज़ां दे जिहड़े जिद्दां कि असीं अज बनाउने आ, ਅਸੀਂ ਪਹਿਲਾਂ ਇੱਕ ਬ੍ਰਿਜ ਬਣਾਉਂਦੇ ਆ ਸਮੁੰਦਰ ਦੇ ਵਿੱਚ ਜਿੱਥੇ ਜਹਾਜ਼ ਖੜਾ ਹੋ ਸਕੇ, ਉੱਥੇ ਜਾ ਕੇ ਫਿਰ ਅਸੀਂ ਜਿੱਦਾਂ ਜਹਾਜ਼ਾਂ ਦੇ ਅੱਡੇ ਬਣਾਉਂਦੇ। ਲੇਕਿਨ ਕਈ ਜਗ੍ਹਾਵਾਂ ਐਸੀਆਂ ਹੁੰਦੀਆਂ ਜਿੱਥੇ ਨੈਚੁਰਲੀ ਇਹ ਬਣਿਆ ਹੁੰਦਾ ਕਿਉਂਕਿ ਇੱਥੇ ਨਾਲ ਪਹਾੜ ਹੁੰਦਾ, ਪਹਾੜ ਨੂੰ ਪੱਧਰਾ ਪਹਾੜ ਵੀ ਪੱਧਰਾ ਹੋਇਆ ਹੁੰਦਾ ਔਰ ਜਹਾਜ਼ ਆ ਕੇ ਲੱਗ ਸਕਦਾ। ਸੋ ਇਹ ਬੜੇ ਇੰਪੋਰਟੈਂਟ ਇਲਾਕੇ ਸੀਗੇ। ਇਹ ਇਲਾਕੇ ਪ੍ਰਭੂ ਨੇ ਉਸ ਨੂੰ ਦੁਆਰਾ ਦਿੱਤੇ ਆਪਣੇ ਨਬੀ ਦੇ, अपने नबी नू घल के उसने दसिया कि तू ये कर। हुण मैं तुहानू एक चीज दिखाना बड़ी इंटरेस्टिंग है। थल्ले सो ये देखो कि जेड़े प्रभु ने नबी दिते आ, जेड़े प्रभु ने अपने अपने प्रॉफिट्स दिते हैगे आ, खास करके इजराइल दी साइड नू, उन्हां दी गिनती तुसी देखो किन्नी आ। असीं देखदे पए आ कि आ देखो सैमुअल, गाद, नेतन, चलो ये तो सारे पहला होए आ, डिवीजन तो पहला होया, अहिजा दिता, फिर शमाया दिता, फिर उस इन्हां नू जुदियन दिता, इदो आ सारे सारे प्रभु दे बंदे आ ਜਿਹੜੇ ਇਸਰਾਇਲ ਨੂੰ ਸਿੱਧੇ ਰਸਤੇ ਤੇ ਲਾਉਣ ਆਏ ਸੀਗੇ ਕਿ ਪ੍ਰਭੂ ਦੇ ਪਿੱਛੇ ਚੱਲੋ, ਪ੍ਰਭੂ ਦੇ ਰਸਤਿਆਂ ਤੇ ਚੱਲੋ। ਇਹਨਾਂ ਦੀ ਗਿਣਤੀ ਬਹੁਤ ਜ਼ਿਆਦੀ ਹੈ। ਇਧਰਲੇ ਪਾਸੇ ਪ੍ਰੋਫਿਟਸ ਬਹੁਤ ਥੋੜੇ ਆ, इधरले पासे प्रॉफिट्स बहुत ज्यादा है। इजराइल ਨੂੰ प्रॉफिट्स प्रभु ने बहुत ज्यादा ਦਿੱਤੇ ਆ ਇਸ ਕਰਕੇ। और बहुत सारे ओरल ਜਿਹੜੇ प्रॉफिट्स ਆਏ ਆ, ਜਿੱਦਾਂ ਅਸੀਂ ਆਹਾ ਇੱਕ ਨਾਮ ਪੜ੍ਹਦੇ ਆ, ਇਹਨਾਂ ਨੇ ਕੋਈ ਲਿਖਤ ਨਹੀਂ ਲਿਖੀ, ਇਹਨਾਂ ਨੇ ਲਿਖਤਾਂ ਨਹੀਂ ਲਿਖੀਆਂ। इजराइल साइड ਨੂੰ प्रभु ने बहुत प्रॉफिट ਦਿੱਤੇ ਆ, उसने बहुत अपने नबी दिते आ जिन्हां ने आके उन्होंने दसिया कि तुसी प्रभु दे रस्ते ते चलो, लेकिन वो फिर भी नहीं चले। तो असीं देखदे पए कि प्रभु दी दया किस तरह इन्हां लोकां दे नाल बनी, इन्ने ज्यादा पाप दे विच, लेकिन प्रभु फिर भी एक तो बाद दूजा नबी उन्होंने घल्लदा पिया।
ਤੇ ਹੁਣ ਵੀ ਰਸਤੇ ਤੇ ਆ ਜਾਓ, ਹੁਣ ਵੀ ਰਸਤੇ ਤੇ ਆ ਜਾਓ, ਹੁਣ ਵੀ ਰਸਤੇ ਤੇ ਆ ਜਾਓ। ਲੇਕਿਨ ਇੱਕ ਚੀਜ਼ ਆ, ਸਿਰਫ ਇੱਕੋ ਹੀ ਚੀਜ਼ ਆ ਜਿਹਦੇ ਕਰਕੇ ਕੋਈ ਵੀ ਇਹ ਕੋਸ਼ਿਸ਼ ਨਹੀਂ ਕਰਦਾ ਪਿਆ ਕਿ ਆਓ ਸਾਰੇ ਜਾਣੇ ਜਾ ਕੇ ਅਸੀਂ ਬਲੀ ਯਹੂਦਾ ਦੇ ਵਿੱਚ ਜਾ ਕੇ, ਜਰੂਸਲਮ ਦੇ ਮੰਦਿਰ ਦੇ ਵਿੱਚ ਜਾ ਕੇ ਬੇਟੀ ਤੇ ਉੱਤੇ ਬਲੀ ਚੜਾਈ। ਉਹ ਹਰੇਕ ਨੂੰ ਇੱਕੋ ਹੀ ਡਰ ਆ ਕਿ ਇੱਧਰਲਾ ਧਨ ਕਿਤੇ ਉੱਧਰ ਨਾ ਚਲੇ, ਇਹੋ ਡਰ ਆ ਬਸ। ਇਸ ਡਿਵੀਜ਼ਨ ਦੇ ਕਰਕੇ ਜਿਹੜਾ ਮੰਦਿਰ ਆ, ਮੰਦਿਰ ਦੇ ਵਿੱਚ ਪ੍ਰਭੂ ਦੀਆਂ ਦੇਖੀਆਂ ਨਹੀਂ ਜਾਂਦੀਆਂ ਪਈਆਂ ਉੱਥੇ, ਔਰ ਉਸ ਦੇ ਕਾਰਨ ਮੰਦਿਰ ਦੀ ਜਿਹੜੀ ਹਾਲਤ ਆ ਉਹ ਬਹੁਤ ਬੁਰੀ ਹੋ ਚੁੱਕੀ ਸੀ। ਪਰ ਜੋਆਸ਼ ਦੇ ਦੁਆਰਾ ਪ੍ਰਭੂ ਨੇ ਉਸ ਮੰਦਿਰ ਨੂੰ ਫਿਰ ਦੁਆਰਾ ਉਸ ਦੀ ਰਿਪੇਅਰ ਕੀਤੀ ਗਈ, ਔਰ ਉਸ ਰਿਪੇਅਰ ਦੇ ਦੁਆਰਾ ਪ੍ਰਭੂ ਦਾ ਜਿਹੜਾ ਵਚਨ ਸੀ ਉਹਨਾਂ ਨੂੰ ਲੱਭਾ ਸੀ। ਉਹ ਅਸੀਂ ਅੱਗੇ ਜਾ ਕੇ ਦੇਖਾਂਗੇ। ਇਸ ਕਰਕੇ ਮੈਂ ਇੱਥੇ ਬਹੁਤੇ ਤੁਹਾਨੂੰ ਸਾਲ ਵਗੈਰਾ ਨਹੀਂ ਦੱਸਦਾ ਪਿਆ, ਜਿਸ ਲਈ ਅਸੀਂ ਕ੍ਰੋਨਿਕਲਸ ਦੇ ਵਿੱਚ ਜਾਵਾਂਗੇ, ਪਹਿਲਾ ਇਤਿਹਾਸ ਦੂਜਾ ਇਤਿਹਾਸ ਪੜਾਂਗੇ, ਉਹਦੇ ਵਿੱਚ ਜਾ ਕੇ ਇਹ ਸਾਰੀਆਂ ਚੀਜ਼ਾਂ ਦੇਖਾਂਗੇ। ਫਿਰ ਅਸੀਂ ਪਿਛਲਾ ਵੀ ਇਹਨਾਂ ਪਿੱਛੋਂ ਵੀ ਦੇਖਾਂਗੇ, ਅੱਗਿਓਂ ਵੀ ਦੇਖਾਂਗੇ, ਇਹਨਾਂ ਨੂੰ ਰਲਾ ਕੇ ਦੇਖਾਂਗੇ। ਸੋ ਮੈਂ ਐਸ ਕਰਕੇ ਇਸ ਫਿਲ ਕਰਕੇ ਨਹੀਂ ਰਲਾਉਂਦਾ, ਕੋਈ ਕਨਫਿਊਜ਼ਨ ਹੋ ਜਾਏਗਾ, ਫਿਰ ਉਹ ਚੰਗਾ ਨਹੀਂ ਲੱਗਦਾ। ਠੀਕ, ਸੋ ਆਓ ਅਸੀਂ ਸੋ ਯਾਰਾਬਾਮ ਵੀ ਮਰ ਗਿਆ, ਉਹਦੇ ਬਹਾਦਰੀ ਦੇ ਜਿਹੜੇ ਕੰਮ ਆ ਉਹ ਰਾਜਿਆਂ ਦੇ ਇਤਿਹਾਸ ਦੀ ਪੋਥੀ ਦੇ ਵਿੱਚ ਲਿਖੇ ਗਏ, ਉਹ ਸਾਰਾ ਕੁਛ ਇੱਥੇ ਆਉਂਦਾ। ਸੋ ਆਓ ਅਸੀਂ 15ਵਾਂ ਚੈਪਟਰ ਉਸ ਦੀ 1 ਆਇਤ ਤੋਂ ਲੈ ਕੇ ਉਸ ਦੀ 7 ਆਇਤ ਤੱਕ ਦੇਖੀਏ। ਯਹੂਦਾ ਦਾ ਰਾਜਾ ਉਜੀਆ। ਇਜ਼ਰਾਈਲ ਦੇ ਰਾਜਾ ਯਾਰਾਬਾਮ ਦੂਜੇ ਦੇ ਰਾਜਕਾਲ ਦੇ 27ਵੇਂ ਸਾਲ ਵਿੱਚ ਯਹੂਦਾ ਦੇ ਰਾਜਾ ਅਮਸਿਆ ਦਾ ਪੁੱਤਰ ਉਜੀਆ ਉਸ ਦੀ ਥਾਂ ਰਾਜ ਕਰਨ ਲੱਗਾ। ਉਜੀਆ ਦੀ ਰਾਜਾ ਬਣਨ ਸਮੇਂ ਉਮਰ 16 ਸਾਲ ਸੀ ਤੇ ਉਸਨੇ 52 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਂ ਜਕਾਲਜਾ ਸੀ, ਜੋ ਯਰੂਸ਼ਲਮ ਦੀ ਰਹਿਣ ਵਾਲੀ ਸੀ। ਆਪਣੇ ਪਿਤਾ ਮਸਿਆ ਦੇ ਵਾਂਗ ਉਜੀਆ ਨੇ ਵੀ ਪ੍ਰਭੂ ਦੀ ਇੱਛਾ ਅਨੁਸਾਰ ਕੰਮ ਕੀਤੇ, ਪਰ ਫਿਰ ਵੀ ਯਹੂਦਾ ਦੇਸ਼ ਵਿੱਚੋਂ ਉਸ ਦੇ ਸਮੇਂ ਪਰਾਏ ਦੇਵਤਿਆਂ ਦੇ ਪੂਜਾ ਸਥਾਨ ਖਤਮ ਨਹੀਂ ਕੀਤੇ ਗਏ ਸਨ। ਇਸ ਲਈ ਲੋਕ ਉਹਨਾਂ ਥਾਵਾਂ ਉੱਤੇ ਬਲੀਆਂ ਚੜਾਉਂਦੇ ਤੇ ਧੂਪ ਧੁਕਾਉਂਦੇ ਰਹੇ। ਪ੍ਰਭੂ ਨੇ ਉਸ ਨੂੰ ਕੋੜ ਦਾ ਰੋਗ ਲਾ ਦਿੱਤਾ ਤੇ ਜੀਵਨ ਭਰ ਕੋੜੀ ਹੀ ਰਿਹਾ। ਉਹ ਇੱਕ ਵੱਖਰੇ ਘਰ ਵਿੱਚ ਰਹਿੰਦਾ ਸੀ ਤੇ ਉਸ ਦੀ ਥਾਂ ਉਸ ਦਾ ਪੁੱਤਰ ਜੋਥਾਮ ਮਹਿਲ ਅਤੇ ਪੂਰੇ ਰਾਜ ਦੀ ਦੇਖਭਾਲ ਕਰਦਾ ਸੀ। ਉਜੀਆ ਦੇ ਬਾਕੀ ਸਭ ਕੀਤੇ ਕੰਮਾਂ ਦਾ ਲੇਖਾ ਯਹੂਦਾ ਦੇ ਰਾਜਿਆਂ ਦੇ ਇਤਿਹਾਸ ਦੀ ਪੁੱਥੀ ਵਿੱਚ ਮਿਲਦਾ ਹੈ। ਜਦੋਂ ਉਜੀਆ ਮਰਿਆ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਰਾਜ ਘਰਾਣੇ ਦੀ ਕਬਰ ਵਿੱਚ ਦਫਨਾ ਦਿੱਤਾ ਗਿਆ। ਉਸ ਦੀ ਥਾਂ ਉਸ ਦਾ ਪੁੱਤਰ ਜੋਥਾਮ ਯਹੂਦਾ ਦਾ ਰਾਜਾ ਬਣਿਆ। ਔਰ ਇਹਦੀ ਮੌਤ ਦੇ ਸਮੇਂ ਦੇ ਵਿੱਚ ਜਾ ਕੇ ਅਸੀਂ ਦੇਖਦੇ ਹਾਂ ਕਿ ਯਸਾਇਆ ਨਬੀ ਨੂੰ ਪ੍ਰਭੂ ਦਾ ਵਚਨ ਆਇਆ ਸੀ ਜਦੋਂ ਉਜੀਆ ਦੀ ਮੌਤ। ਨਬੂਵਤ ਤਾਂ ਉਹਦੇ ਕੋਲ ਸੀਗੀ, ਲੇਕਿਨ ਉਸ ਨੂੰ ਅੱਜ ਆਪਾਂ ਦੇਖਦੇ ਹਾਂ, ਥੋੜਾ ਜਿਹਾ ਦੇਖਦੇ ਹਾਂ, ਲੇਕਿਨ ਫਿਰ ਯਸਾਇਆ ਨਬੀ ਨੂੰ ਪੜਾਂਗੇ ਆਪਾਂ ਉਦੋਂ ਜਿਸ ਵੇਲੇ ਆਪਾਂ ਇਤਿਹਾਸ ਦੀ ਪੋਥੀ ਵਿੱਚ ਜਾਵਾਂਗੇ। ਥੋੜਾ ਜਿਹਾ ਦੇਖਦੇ यशायाह नबी अशांति उसका 6वां भाग, ਜਿਹੜੀ ਪਹਿਲੇ 5 ਜਿਹੜੇ ਚੈਪਟਰ ਆ ਯਸਾਇਆ ਨਬੀ ਦੇ, ਉਹ ਸਿਰਫ ਲੋਕਾਂ ਨੂੰ ਲਾਂਤਾਂ ਪਾਉਂਦੇ, ਉਹ ਸਿਰਫ ਲੋਕਾਂ ਨੂੰ ਉਹਨਾਂ ਦੀ ਬੁਰਾਈ ਦਿਖਾਉਂਦਾ ਪਿਆ। ਇਹ ਅਸੀਂ ਗਾਂ ਜਾ ਕੇ ਪੜਾਂਗੇ, ਲੇਕਿਨ ਹੁਣ ਨਹੀਂ। ਹੁਣ ਮੈਂ ਤੁਹਾਨੂੰ ਥੋੜੀ ਜਿਹੀ ਉਦਾਹਰਨ ਦੇ ਦਿੰਦਾ ਕਿ ਇਸ ਤੋਂ ਪਹਿਲਾਂ ਜਿਹੜੀ ਉਸਦੀ ਨਬੂਵਤ ਸੀ ਉਹ ਕਿਸ ਤਰ੍ਹਾਂ ਦੀ ਸੀ। ਉਹ ਸਹੀ ਕਹਿੰਦਾ ਸੀ, ਗਲਤ ਤਾਂ ਨਹੀਂ ਕਹਿੰਦਾ ਸੀਗਾ, ਲੇਕਿਨ ਉਹਨੂੰ ਸਿਰਫ ਦੂਸਰਿਆਂ ਦੇ ਪਾਪ ਦਿਖਾਈ ਦਿੰਦੇ ਸੀ, ਉਹਨੂੰ ਆਪਣਾ ਪਾਪ ਨਹੀਂ ਸੀ ਦਿਖਾਈ ਦਿੰਦਾ। ਸੋ ਅਗਰ
ਤੁਸੀਂ 1040 ਪੰਨੇ ਤੇ ਆ ਜਾਓ। ਔਰ ਉਹਦੀ 8ਵੀਂ ਆਇਤ ਦੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਕਿ ਤੁਸੀਂ ਤਬਾਹ ਹੋ ਚੁੱਕੇ ਹੋ। 11ਵੀਂ ਆਇਤ ਦੀ ਪਹਿਲੀ ਲਾਈਨ 'ਚ ਲਿਖਿਆ ਤੁਸੀਂ ਤਬਾਹ ਹੋ ਚੁੱਕੇ ਹੋ। ਉਸ ਤੋਂ ਬਾਅਦ 18ਵੀਂ ਆਇਤ ਦੇ ਪਹਿਲੇ ਲਿਖਿਆ ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਪਾਪ ਦੇ ਬੰਧਨਾਂ ਦੇ ਵਿੱਚ ਬੰਨੇ ਰਹਿੰਦੇ ਆ। 20ਵੀਂ ਆਇਤ ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਬੁਰਾਈ ਨੂੰ ਚੰਗਾ ਤੇ ਚੰਗਾਈ ਨੂੰ ਬੁਰਾ ਕਹਿੰਦੇ ਹੋ, ਤੁਸੀਂ ਤਬਾਹ ਹੋ। 21ਵੀਂ ਆਇਤ ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਆਪਣੇ ਆਪ ਨੂੰ ਬਹੁਤ ਬੁੱਧੀਮਾਨ ਅਤੇ ਚਲਾਕ ਸਮਝਦੇ ਹੋ, ਤੁਸੀਂ ਤਬਾਹ ਹੋ ਚੁੱਕੇ ਹੋ। ਸੋ ਉਹ ਸਭ ਤੋਂ ਹਰ ਇੱਕ ਨੂੰ, ਹਰ ਇੱਕ ਦੀ ਤਬਾਹੀ ਤਬਾਹ ਕਰਦਾ ਪਿਆ। ਪਰ ਜਿਸ ਵੇਲੇ ਅਸੀਂ 6ਵੀਂ ਆਇਤ ਵਿੱਚ ਦੇਖਦੇ ਹਾਂ ਕਿ ਰਾਜਾ ਉਜੀਆ ਦੀ ਮੌਤ ਵਾਲੇ ਸਾਲ, ਸੋ ਰਾਜਾ ਉਜੀਆ ਦੀ ਮੌਤ ਵਾਲੇ ਸਾਲ, ਹੁਣ ਰਾਜਾ ਉਜੀਆ ਮਰ ਗਿਆ। ਸੋ ਕੋਈ ਜਾਣਾ 6ਵਾਂ ਭਾਵ ਉਸ ਦੀ ਇੱਕ ਆਇਤ ਤੋਂ ਲੈ ਕੇ ਉਸ ਦੀ 8 ਆਇਤ ਤੱਕ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਰਾਜਾ ਉਜੀਆ ਦੀ ਮੌਤ ਵਾਲੇ ਸਾਲ ਵਿੱਚ ਮੈਂ ਪ੍ਰਭੂ ਨੂੰ ਇੱਕ ਦਰਸ਼ਨ ਵਿੱਚ ਦੇਖਿਆ। ਉਹ ਉੱਚੇ ਅਤੇ ਪ੍ਰਭਾਵਸ਼ਾਲੀ ਸਿੰਘਾਸਨ ਉੱਤੇ ਬੈਠਾ ਹੋਇਆ ਸੀ ਅਤੇ ਉਸਨੇ ਸ਼ਾਹੀ ਲਿਬਾਸ ਨਾਲ ਸਾਰਾ ਮੰਦਰ ਭਰਿਆ ਹੋਇਆ ਸੀ। ਉਸਦੇ ਚਾਰੇ ਪਾਸੇ ਦੇਵੀ ਪ੍ਰਾਣੀ ਖੜੇ ਸਨ, ਜਿਨ੍ਹਾਂ ਦੇ 6 ਖੰਭ ਸਨ। ਹਰ ਪ੍ਰਾਣੀ ਦੇ ਖੰਭਾਂ ਨਾਲ ਹਰ ਪ੍ਰਾਣੀ 2 ਖੰਭਾਂ ਨਾਲ ਆਪਣਾ ਮੂੰਹ ਢੱਕਦਾ ਤੇ 2 ਖੰਭਾਂ ਨਾਲ ਆਪਣਾ ਸਰੀਰ ਢੱਕਦਾ ਅਤੇ 2 ਖੰਭਾਂ ਨਾਲ ਉੜਦਾ ਸੀ। ਉਹ ਇੱਕ ਦੂਜੇ ਨੂੰ ਪੁਕਾਰ ਕੇ ਕਹਿ ਰਹੇ ਸਨ, ਪਵਿੱਤਰ 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 ਸਰਵ ਸ਼ਕਤੀਮਾਨ ਪ੍ਰਭੂ ਪਵਿੱਤਰ ਹੈ, ਉਸ ਦਾ ਪ੍ਰਤਾਪ ਸੰਸਾਰ ਨੂੰ ਭਰਦਾ ਹੈ। ਉਹਨਾਂ ਦੀਆਂ ਆਵਾਜ਼ਾਂ ਨਾਲ ਮੰਦਰ ਦੀਆਂ ਨੀਹਾਂ ਹਿੱਲ ਗਈਆਂ ਤੇ ਪੂਰਾ ਮੰਦਰ ਧੂਏ ਨਾਲ ਭਰ ਗਿਆ ਸੀ। ਤਦ ਮੈਂ ਬੋਲ ਉੱਠਿਆ, ਮੈਂ ਨਾਸ਼ ਹੋ ਗਿਆ, ਮੇਰੇ ਬਚਣ ਦੀ ਕੋਈ ਉਮੀਦ ਨਹੀਂ ਹੈ। ਮੇਰੇ ਮੂੰਹੋਂ ਨਿਕਲਣ ਵਾਲਾ ਹਰ ਬੋਲ ਗੰਦਾ ਹੈ ਅਤੇ ਮੈਂ ਗੰਦੇ ਬੋਲ ਬੋਲਣ ਵਾਲੇ ਲੋਕਾਂ ਵਿੱਚ ਹੀ ਰਹਿੰਦਾ ਹਾਂ। ਇਹ ਹੋਣ ਤੇ ਵੀ ਮੈਂ ਮਹਾਨ ਪ੍ਰਭੂ ਰਾਜਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਤਦ ਇੱਕ ਪ੍ਰਾਣੀ ਨੇ ਚਿਮਟੇ ਨਾਲ ਬੇਦੀ ਤੋਂ ਇੱਕ ਮਗਦਾ ਕੋਲਾ ਲਿਆ ਅਤੇ ਉਹ ਉੱਡ ਕੇ ਮੇਰੇ ਕੋਲ ਆ ਗਿਆ। ਉਸਨੇ ਉਹ ਮਗਦਾ ਕੋਲਾ ਮੇਰੇ ਬੁੱਲਾਂ ਨਾਲ ਲਾਇਆ ਅਤੇ ਕਿਹਾ, ਦੇਖ, ਇਸਨੇ ਤੇਰੇ ਬੁੱਲਾਂ ਨੂੰ ਛੂਹਿਆ ਹੈ ਅਤੇ ਹੁਣ ਤੇਰਾ ਅਪਰਾਧ ਨਾਸ਼ ਹੋ ਗਿਆ ਹੈ ਅਤੇ ਤੇਰੇ ਪਾਪ ਮਾਫ ਹੋ ਗਏ ਹਨ। ਤਦ ਮੈਂ ਪ੍ਰਭੂ ਨੂੰ ਕਹਿੰਦੇ ਸੁਣਿਆ, ਮੈਂ ਕਿਸ ਨੂੰ ਘੱਲਾਂ, ਮੇਰਾ ਸੰਦੇਸ਼ ਵਾਹਕ ਕੌਣ ਬਣੇਗਾ? ਮੈਂ ਉੱਤਰ ਦਿੱਤਾ, ਮੈਂ ਜਾਵਾਂਗਾ, ਮੈਨੂੰ ਕੱਲ। ਮੈਂ ਜਾਵਾਂਗਾ, ਮੈਨੂੰ ਕੱਲ। ਸੋ ਰਾਜਾ ਉਜੀਆ ਦੇ ਮੌਤ ਵਾਲੇ ਸਾਲ ਪ੍ਰਭੂ ਨੇ ਉਸ ਨੂੰ ਦਰਸ਼ਨ ਦਿੱਤਾ। ਪ੍ਰਭੂ ਦਾ ਦੇਖਿਆ ਜਾਣ ਵਾਲਾ ਜਿਹੜਾ ਰੂਪ ਉਹ ਇੱਕੋ ਹੀ, ਔਰ ਉਹ ਹੈ ਪ੍ਰਭੂ ਯਿਸੂ। ਵਚਨ ਦੇ ਵਿੱਚ ਜਿਸ ਨੇ ਵੀ ਦੇਖਿਆ ਪ੍ਰਭੂ ਯਿਸੂ ਨੂੰ ਦੇਖਿਆ, ਔਰ ਇਹ ਹੈ ਪ੍ਰਭੂ ਦਾ ਸਿੰਘਾਸਨ ਸਾਡੇ ਦਾ। ਇਹ ਹੈ ਉੱਥੇ ਦੀ ਪਿਕਚਰ ਜਿਹੜੀ ਦਰਸਾਉਂਦੀ। ਔਰ ਇਹ ਹੈ ਹਜ਼ੂਰੀ, ਉਹ ਜਿਹੜਾ ਸਾਰਿਆਂ ਨੂੰ ਤੁਸੀਂ ਤਬਾਹ ਹੋ ਚੁੱਕੇ ਆ, ਤੁਸੀਂ ਤਬਾਹ ਹੋ ਚੁੱਕੇ ਆ, ਤੁਸੀਂ ਤਬਾਹ ਹੋ ਚੁੱਕੇ ਆ। ਉਸਨੂੰ ਸਮਝ ਹੀ ਨਹੀਂ ਆਈ ਕਿ ਬਾਕੀ ਦੀਆਂ 4 ਉਂਗਲਾਂ ਮੇਰੇ ਵੱਲ, ਇੱਕ ਹੀ ਚੱਕੀ ਉਹ ਦੂਜੇ ਪਾਸੇ, ਦੂਜੀਆਂ ਬਾਕੀ ਤਾਂ ਮੇਰੇ ਵੱਲ ਹੋਈਆਂ ਨਾ ਸਾਰੇ। ਔਰ ਖਾਸ ਕਰਕੇ ਜਿਸ ਵੇਲੇ ਅਸੀਂ ਦੂਸਰੇ ਦੇ ਗੁਨਾਹ ਨੂੰ ਕੱਢਦੇ ਨਾ, ਤੇ 3 ਸਾਡੇ ਵੱਲ ਨੇ ਹੁੰਦੀਆਂ, ਤੇ ਜਿਹੜਾ ਅੰਗੂਠਾ ਉਹ ਏਦਾਂ ਪੱਕਾ ਕਰਦਾ ਕਿ ਹਾਂ, ਅੰਗੂਠੇ ਨੂੰ ਏਦਾਂ ਅੰਗੂਠਾ ਰੱਖਣਾ ਪੈਂਦਾ ਬਾਕੀ ਦੀਆਂ ਉਂਗਲਾਂ ਨੂੰ ਕਰਨ ਦੇ ਲਈ। ਅੰਗੂਠਾ ਦੱਸਦਾ, ਨੱਪ ਕੇ ਰੱਖਦਾ ਉਹਨਾਂ ਨੂੰ ਕਿ ਹਾਂ ਤੂੰ ਵੀ ਏਦਾਂ। ਔਰ ਜਿਸ ਲਈ ਉਹ ਸ਼ੀਸ਼ਾ ਦੇਖਿਆ, ਸ਼ੀਸ਼ੇ ਦੇ ਵਿੱਚ ਉਸਨੂੰ ਦੇਖਿਆ ਕਿ ਮੈਂ ਕਿੰਨਾ ਘਿਨਾਉਣਾ। ਸੋ ਇਸ ਸਾਲ ਦੇ ਵਿੱਚ ਪ੍ਰਭੂ ਨੇ ਉਸਨੂੰ ਦਰਸ਼ਨ ਦਿੱਤੇ ਸੀ। ਠੀਕ, ਸੋ ਇੱਥੋਂ ਜਿਹੜੀ ਹੈ ਉਹ ਮਿਨਿਸਟਰੀ ਸ਼ੁਰੂ ਹੋ ਜਾਂਦੀ ਹੈ ਯਸਾਇਆ ਦੀ। ਅਸੀਂ ਯਸਾਇਆ ਬਾਰੇ ਪੜ੍ਹਨਾ ਵੀ ਹੈ,
ਵਿੱਚ ਰਾਜਿਆਂ ਦੀ ਪੋਥੀ 'ਚ ਇਤਿਹਾਸ ਵਿੱਚ ਵੀ ਥੋੜਾ ਜਿਹਾ ਪੜ੍ਹਨਾ ਉਹਦੇ ਬਾਰੇ। ਉਹਦੀ ਮਿਨਿਸਟਰੀ ਸ਼ੁਰੂ ਹੋ ਗਈ ਔਰ ਇੱਥੇ ਪ੍ਰਭੂ ਨੇ ਉਸਨੂੰ ਸਾਰਾ ਕੁਝ ਦਿਖਾਉਣਾ ਸ਼ੁਰੂ ਕਰਨਾ। ਕੁਆਰੀ ਗਰਭਵਤੀ ਹੋਈ, ਪੁੱਤਰ ਨੂੰ ਜਨਮ ਦੇ ਔਰ ਉਸਦੇ ਨਾਲ ਇੱਕ ਇਮੈਨੂਅਲ ਕਿਹਾ ਜਾਏਗਾ, ਪਰਮੇਸ਼ਵਰ ਸਾਡੇ ਨਾਲ। ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈ। ਠੀਕ, ਸੋ ਉਹ ਨਬੂਵਤ ਪ੍ਰਭੂ ਯਿਸੂ ਮਸੀਹ ਦੇ ਬਾਰੇ ਹੁਣ ਪੂਰੇ ਜ਼ੋਰ ਨਾਲ ਸ਼ੁਰੂ ਹੋਈ। ਜੋ ਮੂਸਾ ਨੂੰ ਕਿਹਾ ਸੀ ਨਾ ਕਿ ਇੱਕ ਮੇਰੇ ਵਰਗਾ ਆਏਗਾ, ਤੁਸੀਂ ਉਸਦੀ ਸੁਣਨਾ, ਉਹਦੇ ਬਾਰੇ ਬਹੁਤਾ ਨਹੀਂ ਲੋਕਾਂ ਨੂੰ ਦੱਸਿਆ। ਉਹ ਸਿਰਫ ਜਾਂ ਪ੍ਰਭੂ ਯਿਸੂ ਦਿਖਾਈ ਦਿੱਤਾ, ਯਹੋਸ਼ੂਆ ਨੂੰ ਦਿਖਾਈ ਦਿੱਤਾ, ਅਲਾਈਜਾ ਨੂੰ ਅਸੀਂ ਦੇਖਦੇ ਪਏ ਹਾਂ, ਮਾਊਂਟ ਸਾਇਨਾਈ ਤੇ ਉਸ ਨੂੰ ਮਿਲਿਆ, ਉਹ ਚੀਜ਼ਾਂ ਅਸੀਂ ਦੇਖਦੇ ਪਏ। ਲੇਕਿਨ ਹੁਣ ਬੜੇ ਜ਼ੋਰੋ ਸ਼ੋਰ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਬਾਰੇ ਬਸ ਸ਼ੁਰੂ ਹੋ ਗਿਆ ਇੱਥੋਂ। ਸੋ ਮੰਡੇ ਤੋਂ ਨਵੇਂ ਸਾਲ ਵਗੈਰਾ ਤੋਂ ਹੈ, ਹੁਣ ਆਪਾਂ ਹੌਲੀ ਹੌਲੀ ਅੱਗੇ ਵਧੀਏ। ਸੋ ਆਓ ਅਸੀਂ 15ਵੇਂ ਭਾਵ ਚ ਵਾਪਸ ਆ ਜਾਈਏ। ਔਰ ਇਜ਼ਰਾइल ਦਾ ਜਿਹੜਾ ਰਾਜਾ ਆ ਉਹ ਜ਼ਕਰਿਆ ਬਣਿਆ। ਜ਼ਕਰਿਆ ਨਬੀ ਨਹੀਂ, ਰਾਜਾ ਦਾ ਨਾਂ ਜ਼ਕਰਿਆ। ਸੋ 8ਵੀਂ ਆਇਤ ਤੋਂ ਲੈ ਕੇ ਅਸੀਂ 8ਵੀਂ ਆਇਤ ਤੋਂ ਲੈ ਕੇ ਆ ਜਾਓ ਆਪਾਂ ਜਿੱਦਾਂ 16 ਆਇਤ ਤੱਕ ਪੜ੍ਹ ਦਿੰਦੇ। ਇਜ਼ਰਾइल ਦਾ ਰਾਜਾ ਜ਼ਕਰਿਆ। ਯਹੂਦਾ ਦੇ ਰਾਜਾ ਉਜੀਆ ਦੇ ਰਾਜਕਾਲ ਦੇ 38ਵੇਂ ਸਾਲ ਵਿੱਚ ਜਰਬਆਮ ਦੂਜੇ ਦਾ ਪੁੱਤਰ ਜ਼ਕਰਿਆ ਇਜ਼ਰਾइल ਦਾ ਰਾਜਾ ਬਣਿਆ। ਉਸਨੇ ਸਾਮਰੀਆ ਵਿੱਚ 6 ਮਹੀਨੇ ਰਾਜ ਕੀਤਾ। ਉਸਨੇ ਆਪਣੇ ਪੁਰਖਿਆਂ ਵਾਂਗ ਅਤੇ ਨਵਾੜ ਦੇ ਪੁੱਤਰ ਜਰਬਆਮ ਵਾਂਗ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਤੇ ਇਜ਼ਰਾइल ਤੋਂ ਵੀ ਪਾਪ ਕਰਵਾਏ। ਤਦ ਦਿਵੇਸ਼ ਦੇ ਪੁੱਤਰ ਸ਼ਲੋਮ ਨੇ ਰਾਜਾ ਜ਼ਕਰਿਆ ਦੇ ਵਿਰੁੱਧ ਵਿਉਂਤ ਬਣਾ ਕੇ ਉਸ ਨੂੰ ਏਬਲਮ ਦੀ ਥਾਂ ਉੱਤੇ ਕਤਲ ਕਰ ਦਿੱਤਾ ਤੇ ਉਸ ਦੀ ਥਾਂ ਆਪ ਇਜ਼ਰਾइल ਦਾ ਰਾਜਾ ਬਣ ਗਿਆ। ਰਾਜਾ ਜ਼ਕਰਿਆ ਦੇ ਬਾਕੀ ਦੇ ਕੀਤੇ ਕੰਮਾਂ ਦਾ ਲੇਖਾ ਇਜ਼ਰਾइल ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਰਾਜਾ ਯੇਹੂ ਨੂੰ ਦਿੱਤਾ ਹੋਇਆ ਬਚਨ ਕਿ ਤੇਰਾ ਵੰਸ਼ ਚੌਥੀ ਪੀੜ੍ਹੀ ਤੱਕ ਇਜ਼ਰਾइल ਉੱਤੇ ਰਾਜ ਕਰੇਗਾ ਪੂਰਾ ਹੋ ਗਿਆ। ਇਜ਼ਰਾइल ਦਾ ਰਾਜਾ ਸ਼ਲੋਮ। ਯਹੂਦਾ ਦੇ ਰਾਜਾ ਉਜੀਆ ਦੇ ਰਾਜਕਾਲ ਦੇ 39ਵੇਂ ਸਾਲ ਵਿੱਚ ਦਵੇਸ਼ ਦਾ ਪੁੱਤਰ ਸ਼ਲੋਮ ਇਜ਼ਰਾइल ਦਾ ਰਾਜਾ ਬਣਿਆ ਅਤੇ ਉਸਨੇ ਸਾਮਰੀਆ ਵਿੱਚ ਕੇਵਲ 1 ਮਹੀਨਾ ਰਾਜ ਕੀਤਾ। ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾ ਨਗਰ ਤੋਂ ਸਾਮਰੀਆ ਨੂੰ ਗਿਆ ਅਤੇ ਉੱਥੇ ਉਸਨੇ ਰਾਜਾ ਸ਼ਲੋਮ ਨੂੰ ਕਤਲ ਕਰ ਦਿੱਤਾ ਤੇ ਉਹ ਆਪ ਇਜ਼ਰਾइल ਦਾ ਰਾਜਾ ਬਣ ਗਿਆ। ਰਾਜਾ ਸ਼ਲੋਮ ਦੇ ਬਾਕੀ ਦੇ ਕੀਤੇ ਕੰਮਾਂ ਅਤੇ ਉਸਦੀ ਰਾਜਾ ਜ਼ਕਰਿਆ ਦੇ ਵਿਰੁੱਧ ਬਣਾਈ ਬਿਓਨ ਦਾ ਲੇਖਾ ਇਜ਼ਰਾइल ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਮਨਹੇਮ ਜਦੋਂ ਤਿਰਸਾ ਤੋਂ ਸਾਮਰੀਆ ਵੱਲ ਆ ਰਿਹਾ ਸੀ ਤਾਂ ਉਸਨੇ ਰਾਹ ਵਿੱਚ ਤਿਫਸ ਨਗਰ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕਰ ਦਿੱਤਾ ਤੇ ਉੱਥੋਂ ਦੀਆਂ ਗਰਭਵਤੀ ਔਰਤਾਂ ਤੱਕ ਦੇ ਪੇਟ ਚੀਰ ਦਿੱਤੇ। ਤਿਫਸਾ ਨਿਵਾਸੀਆਂ ਨੇ ਉਸ ਦੇ ਲਈ ਫਾਟਕ ਨਹੀਂ ਖੋਲੇ ਸਨ। ਅੱਛਾ ਠੀਕ ਆ ਸਿਸਟਰ ਜੀ। ਸੋ ਹੁਣ ਅਸੀਂ ਦੇਖਦੇ ਹਾਂ ਕਿ ਫਟਾਫਟ ਰਾਜੇ ਆ ਰਹੇ, ਰਾਜੇ ਜਾ ਰਹੇ ਔਰ ਉਹ ਹੀ ਕਤਲੋਗਾਰਦ ਮਚੀ ਪਈ ਹੈ। ਇੱਕ ਦੂਜੇ ਨੂੰ ਮਾਰ ਕੇ ਰਾਜੇ ਬਣਦੇ ਪਏ। ਅਸੀਂ ਦੇਖਦੇ ਪਏ ਹਾਂ ਕਿ ਰਾਜਾ ਜ਼ਕਰਿਆ ਜਿਹੜਾ ਸੀਗਾ ਉਸਨੇ ਅਸੀਂ ਦੇਖਦੇ ਪਏ ਕਿ ਰਾਜਾ ਜ਼ਕਰਿਆ ਨੇ ਵੀ ਕੁਝ 6 ਮਹੀਨੇ ਰਾਜ ਕੀਤਾ। ਉਸ ਤੋਂ ਬਾਅਦ ਅਗਲੇ ਨੇ 1 ਮਹੀਨੇ ਰਾਜ ਕੀਤਾ। ਪਰ ਮੇਨ ਚੀਜ਼ ਇੱਥੇ ਇਹ ਹੈ, ਮੇਨ ਜਿਹੜੀ ਚੀਜ਼ ਹੈ ਉਹ 12ਵੀਂ ਆਇਤ। ਔਰ 12ਵੀਂ ਆਇਤ ਦੇ ਵਿੱਚ ਲਿਖਿਆ ਇਸ ਤਰ੍ਹਾਂ ਪ੍ਰਭੂ ਦਾ ਯੇਹੂ ਨੂੰ ਦਿੱਤਾ ਹੋਇਆ ਵਚਨ ਕਿ ਤੇਰਾ ਵੰਸ਼ ਚੌਥੀ ਪੀੜ੍ਹੀ ਤੱਕ ਇਜ਼ਰਾइल ਉੱਤੇ ਰਾਜ ਕਰੇਗਾ ਪੂਰਾ ਹੋਇਆ। ਕਿਉਂ ਪ੍ਰਭੂ ਨੇ ਉਸਨੂੰ ਇਹ ਵਚਨ ਦਿੱਤਾ ਸੀ? ਕਿਉਂਕਿ ਯੇਹੂ ਜਿਸ ਵੇਲੇ ਰਾਜਾ ਬਣਿਆ ਸੀ ਤਾਂ ਉਸਨੇ ਪ੍ਰਭੂ ਦੇ ਹੁਕਮ ਦੇ ਅਨੁਸਾਰ ਇਜ਼ਰਾइल ਦੇ ਵਿੱਚ ਉੱਥੇ ਦੀ ਰਾਣੀ ਨੂੰ ਔਰ ਜਿੰਨਾ ਵੀ ਉਹਨਾਂ ਨੇ
ਜਿੰਨਾ ਵੀ ਉਸਦਾ ਪਰਿਵਾਰ ਸੀ, ਰਾਜਕੁਮਾਰ ਸੀ, ਕਿਉਂਕਿ ਪ੍ਰਭੂ ਨੇ ਕਿਹਾ ਸੀ ਕਿ ਤੇਰਾ ਖਾਤਮਾ ਕੀਤਾ ਜਾਏ। ਸੋ ਉਸਨੇ ਪਹਿਲਾ ਜਿਹੜਾ ਉਸ ਤੋਂ ਰਾਜਾ ਸੀ, ਉਸਦੇ ਸਾਰੇ ਪਰਿਵਾਰ ਦਾ ਖਾਤਮਾ ਕੀਤਾ। ਫਿਰ ਉਸਨੇ ਬਾਲ ਦੇ ਨਬੀਆਂ ਨੂੰ ਕਿਹਾ ਕਿ ਮੈਂ ਬਾਲ ਦਾ ਜਿਹੜਾ ਦੇਵਤਾ ਹੈ ਨਾ, ਉਸਨੂੰ ਤੁਹਾਨੂੰ ਪਹਿਲਾਂ ਤਾਂ ਕਦੀ ਕਿਸੇ ਰਾਜੇ ਨੇ ਉਹਦੀ ਪੂਜਾ ਕੀਤੀ ਨਹੀਂ, ਤੁਹਾਨੂੰ ਮੈਂ ਉਹਦੀ ਪੂਜਾ ਕਰਕੇ ਦਿਖਾਉਂ, ਉਹ ਤੋਂ ਵੀ ਜ਼ਿਆਦਾ ਮੈਂ ਤੁਹਾਨੂੰ ਕਰਕੇ ਦਿਖਾਉਂ। ਉਹ ਖੁਸ਼ ਹੋ ਗਏ। ਉਹ ਕਹਿੰਦਾ ਜਿੰਨੇ ਵੀ ਬਾਲ ਦੇ ਪੁਜਾਰੀ ਆ ਉਹ ਸਾਰੇ ਆਉਣ, ਕੋਈ ਰਹਿ ਨਾ ਜਾਵੇ। ਸੋ ਜਿਸ ਵੇਲੇ ਉਹ ਆ ਗਏ ਤਾਂ ਉੱਥੇ ਜਿਹੜਾ ਮੰਦਿਰ, ਕਾਫੀ ਵੱਡਾ ਮੰਦਿਰ ਬਣਾਇਆ ਸੀਗਾ ਉਹਨਾਂ ਨੇ, ਇਜ਼ਬਲ ਨੇ ਕਾਫੀ ਵੱਡਾ ਮੰਦਿਰ ਬਣਾਇਆ ਸੀਗਾ। ਉਸਨੇ ਦੇਖ ਲਿਆ ਕਿ ਸਾਰੇ ਆ ਗਏ, ਕਹਿੰਦਾ ਇੱਕ ਦੂਜੇ ਨੂੰ ਦੇਖੋ ਕੋਈ ਰਹਿ ਤਾਂ ਨਹੀਂ ਗਿਆ। ਆਖੇ ਨਹੀਂ, ਸਾਰੇ ਦੇ ਸਾਰੇ ਅਸੀਂ ਆ ਗਏ। ਅੱਛਾ, ਕਹਿੰਦਾ ਹੁਣ ਅੱਜ ਅਸੀਂ ਬਲੀ ਦੇਵਾਂਗੇ। ਔਰ ਉਸਨੇ ਆਪਣੇ ਜਿੰਨੇ ਵੀ ਅਧਿਕਾਰੀ ਸੀ ਉਹਨਾਂ ਨੂੰ ਸਮਝਾਇਆ ਸੀ, ਦਰਵਾਜ਼ੇ ਬੰਦ ਕਰ ਲਿਓ ਔਰ ਇਹਨਾਂ 'ਚ ਛੱਡਣਾ ਕਿਸੇ ਨੂੰ। ਔਰ ਉਸਨੇ ਬਾਲ ਦੀ ਜਿਹੜੀ ਪੂਜਾ ਸੀਗੀ ਉਹ ਉੱਥੋਂ ਖਤਮ ਕਰਵਾਤੀ। ਔਰ ਪ੍ਰਭੂ ਨੇ ਆਪਣਾ ਨਵੀ ਕੱਲ ਕੇ ਉਸਨੂੰ ਕਿਹਾ ਕਿ ਤੇਰਾ ਜਿਹੜਾ ਘਰਾਨਾ, ਤੇਰੀਆਂ ਅਗਲੀਆਂ 4 ਪੀੜ੍ਹੀਆਂ ਇਸਰਾਇਲ ਦੇ ਉੱਤੇ ਰਾਜ ਕਰਨਗੇ ਔਰ ਮੈਂ ਉਹਨਾਂ ਦੇ ਨਾਲ ਹੋਊਂਗਾ। ਸੋ ਅਗਲੀਆਂ 4 ਪੀੜ੍ਹੀਆਂ ਨੇ ਰਾਜ ਕੀਤਾ। ਇੱਥੇ ਤੱਕ ਕਿ ਅਸੀਂ ਦੇਖਦੇ ਹਾਂ ਕਿ ਉੱਥੇ ਉਹਨਾਂ ਨੂੰ ਬੜੀਆਂ ਜੰਗਾਂ ਜਿੱਤਣੀਆਂ ਪਈਆਂ, ਬੜੀਆਂ ਜੰਗਾਂ ਹਾਰੀਆਂ ਵੀ ਉਹਨਾਂ ਨੇ। ਇੱਕ ਤਾਂ ਸਮਾਂ ਐਸਾ ਆ ਗਿਆ ਸੀ ਕਿ ਜਿਸ ਵੇਲੇ ਉਹਨਾਂ ਦੇ ਕੋਲ ਸਿਰਫ 50 ਘੋੜੇ ਸੀ ਤੇ 10,000 ਦੀ ਸੈਨਾ ਸੀ। ਪਰ ਫਿਰ ਵੀ ਜਿਹੜਾ ਰਾਜ ਆ ਉਹ ਇਸਦੇ ਯੇਹੂ ਦੇ ਘਰਾਣੇ 'ਚ ਹੀ ਰਿਹਾ। ਸੋ ਯੇਹੂ ਦੇ ਘਰਾਣੇ ਨੇ 4 ਪੀੜ੍ਹੀਆਂ ਤੱਕ ਰਾਜ ਕੀਤਾ। ਪ੍ਰਭੂ ਨੇ ਜੋ ਵਚਨ ਦਿੱਤਾ ਸੀ, ਜਿਸ ਤਰ੍ਹਾਂ ਵਚਨ ਦਿੱਤਾ ਸੀ, ਉਸੇ ਤਰ੍ਹਾਂ ਪੂਰਾ ਹੋਇਆ। ਇਹਨਾਂ ਚੀਜ਼ਾਂ ਨੂੰ ਅਸੀਂ ਤਾਂ ਦੇਖਦੇ ਪਏ ਹਾਂ, ਇਹ ਸਾਰਾ ਇਤਿਹਾਸ ਅਸੀਂ ਤਾਂ ਦੇਖਦੇ ਪਏ ਹਾਂ ਕਿ ਸਾਡਾ ਪ੍ਰਭੂ ਆਪਣਿਆਂ ਵਚਨਾਂ ਔਰ ਵਾਅਦਿਆਂ ਦਾ, ਕਿਉਂਕਿ ਉਸਨੇ ਸਾਡੇ ਨਾਲ ਵੀ ਵਚਨ ਕੀਤੇ, ਉਸਨੇ ਸਾਨੂੰ ਵੀ ਵਾਅਦੇ ਦਿੱਤੇ ਕਿ ਜੋ ਕੋਈ ਵੀ ਮੇਰੇ ਪੁੱਤਰ ਦੇ ਵਿੱਚ ਆ, ਉੱਤੇ ਸਜ਼ਾ ਦਾ ਹੁਕਮ ਨਹੀਂ, ਉਸਦੇ ਪਾਪ ਮਾਫ ਹੋ ਗਏ। ਠੀਕ। ਔਰ ਉਹ ਮੈਂ ਉਸਦੇ ਲਈ, ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਹਾਡਾ ਦਿਲ ਨਾ ਘਬਰਾਏ। ਆਓ ਮੇਰੇ ਨਾਲ ਇੱਕ ਹਿੱਸਾ ਦੇਖੋ ਨੁਮਾਇੰਦਗੀ ਦੇ, ਜੋ ਵਾਅਦੇ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਕੀਤੇ। ਮੇਰੇ ਨਾਲ ਯਹੂਨਾ ਦੇ ਵਿੱਚ ਆ ਜਾਓ ਔਰ ਪ੍ਰਭੂ ਯਿਸੂ ਮਸੀਹ ਦਾ ਇੱਕ ਵਾਅਦਾ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਅੱਜ ਅਸੀਂ ਇਸ ਨੂੰ ਖਤਮ ਕਰਦੇ ਹਾਂ। ਪ੍ਰਭੂ ਦੇ 2 ਵਾਅਦੇ ਇੱਥੇ ਦੇਖਾਂਗੇ, 2 ਵਾਅਦੇ ਦੇਖਾਂਗੇ। 14ਵਾਂ ਚੈਪਟਰ, ਉਸ ਦੀ 1 ਆਇਤ ਤੋਂ ਲੈ ਕੇ 14 ਆਇਤ ਤੱਕ ਕੋਈ ਜਾਣ ਪਾਵੇ। ਪ੍ਰਭੂ ਯਿਸੂ ਦਾ ਪਿਤਾ ਕੋਲ ਪਹੁੰਚਣ ਦਾ ਰਾਹ। ਤੁਹਾਡਾ ਦਿਲ ਨਾ ਘਬਰਾਏ, ਪਰਮੇਸ਼ਰ ਉੱਤੇ ਭਰੋਸਾ ਰੱਖੋ ਅਤੇ ਮੇਰੇ ਉੱਤੇ ਵੀ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ। ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ। ਸੋ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ ਤਾਂ ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ। ਥੋਮਾ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ, ਮੈਂ ਹੀ ਜੀਵਨ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੋ। ਹੁਣ ਤੁਸੀਂ ਉਸ ਨੂੰ ਜਾਣਦੇ ਹੋ ਤੇ ਉਸ ਦਾ ਦਰਸ਼ਨ ਵੀ ਕਰ ਚੁੱਕੇ ਹੋ। ਫਿਲਿਪਸ ਨੇ ਉਹਨਾਂ ਨੂੰ ਕਿਹਾ, ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ, ਸਾਡੇ ਲਈ ਇਹ ਹੀ ਬਹੁਤ ਹੈ। ਯਿਸੂ ਨੇ ਉਸ ਨੂੰ ਕਿਹਾ, ਫਿਲਿਪਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ।
जिसने मेरे दर्शन कीते ਹਨ ਉਸਨੇ ਪਿਤਾ ਦੇ ਦਰਸ਼ਨ ਕੀਤੇ ਹਨ। ਤੂੰ ਕਿਸ ਤਰ੍ਹਾਂ ਕਹਿੰਦਾ ਹੈ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ? ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਤੇ ਪਿਤਾ ਮੇਰੇ ਵਿੱਚ ਹੈ? ਇਹ ਬਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ ਇਹ ਮੈਂ ਆਪਣੇ ਵੱਲੋਂ ਨਹੀਂ ਕਹੇ ਹਨ, ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ। ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਉੱਤੇ ਵਿਸ਼ਵਾਸ ਕਰਨ ਵਾਲੇ ਇਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ, ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ। ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਮੈਂ ਉਹ ਕਰਾਂਗਾ, ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ। ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ। ਆਮੇਨ। ਸੋ ਇੱਥੇ ਦੇਖੋ ਕਿੰਨੇ ਵਾਅਦੇ ਸਾਨੂੰ ਦਿੱਤੇ ਗਏ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕਿੰਨੇ ਵਾਅਦੇ ਦਿੱਤੇ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਕਿ ਮੈਂ ਤੁਹਾਡੇ ਲਈ ਇੱਕ ਜਗ੍ਹਾ ਬਣਾਈ ਜਿੱਥੇ ਤੁਸੀਂ ਆਓਗੇ ਔਰ ਰਹੋਗੇ। ਮੈਂ ਤੁਹਾਡੇ ਲਈ ਘਰ ਬਣਾਇਆ। ਦੂਜਾ ਵਾਅਦਾ ਕਿ ਜਿਹੜਾ ਪ੍ਰਭੂ ਨੇ ਸਾਨੂੰ ਦਿੱਤਾ ਉਹ 6ਵੀਂ ਆਇਤ ਦੇ ਵਿੱਚ ਆ, ਮੈਂ ਹੀ ਰਾਹ ਹਾਂ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ ਹਾਂ, ਮੈਂ ਹੀ ਜੀਵਨ। ਇਸ ਨੂੰ ਅਸੀਂ ਅੱਗੇ ਜਾ ਕੇ ਖੋਲਦੇ, ਇੱਥੇ ਨਹੀਂ ਖੋਲਣਾ। ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਜਿਹੜੀ ਚੀਜ਼ ਦੱਸੀ ਹੈਗੀ ਆ, ਸਾਡੇ ਨਾਲ ਵਾਅਦਾ ਕੀਤਾ ਕਿ ਜੇ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਮੰਗੋਗੇ, ਪਿਤਾ ਕੋਲੋਂ ਮੰਗੋਗੇ, ਪਿਤਾ ਤੁਹਾਨੂੰ ਦਿੱਤਾ ਜਾਏਗਾ, ਕਿਉਂਕਿ ਪਿਤਾ ਮੇਰੇ ਵਿੱਚ ਰਹਿ ਕੇ ਕੰਮ ਕਰਦਾ। ਠੀਕ। ਹੁਣ ਸਾਨੂੰ ਪ੍ਰਭੂ ਨੇ ਬਹੁਤ ਵਾਅਦੇ ਦਿੱਤੇ ਆ, ਬਹੁਤ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਵਾਅਦੇ ਦਿੱਤੇ। ਮੈਂ ਤੁਹਾਨੂੰ ਦੋ ਮੋਟੇ ਦਿਖਾਉਣਾ ਪਿਆ, ਦੋ ਤਿੰਨ ਮੋਟੇ ਵਾਅਦੇ ਦਿਖਾਉਣਾ ਪਿਆ। 15 ਆਇਤ ਤੋਂ ਲੈ ਕੇ ਕੋਈ ਜਣਾ 20 ਆਇਤ ਤੱਕ ਪੜ੍ਹਦੇ, ਬਸ ਇੱਥੇ ਤੱਕ ਅੱਜ ਪੜਾਂਗੇ। ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੇਰੀਆਂ ਆਗਿਆਵਾਂ ਦਾ ਪਾਲਣ ਕਰੋਗੇ। ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ, ਅਰਥਾਤ ਸੱਚ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਤੇ ਨਾ ਹੀ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਥੋੜਾ ਚਿਰ ਹੋਰ ਹੈ, ਫਿਰ ਸੰਸਾਰ ਮੈਨੂੰ ਕਦੇ ਨਹੀਂ ਦੇਖੇਗਾ, ਪਰ ਤੁਸੀਂ ਮੈਨੂੰ ਦੇਖੋਗੇ। ਮੈਂ ਜਿਉਂਦਾ ਹਾਂ, ਇਸ ਲਈ ਤੁਸੀਂ ਵੀ ਜੀਓਗੇ। ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ਸੋ ਹੁਣ ਆਓ, ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਮਦਦਗਾਰ ਦਾ ਵਾਅਦਾ ਦਿੱਤਾ ਗਿਆ ਕਿ ਸਾਨੂੰ ਮਿਲੇਗਾ, ਔਰ ਉਹ ਸੰਸਾਰ ਨੂੰ ਨਹੀਂ ਮਿਲੇਗਾ, ਉਹ ਸੰਸਾਰ ਨੂੰ ਨਹੀਂ ਮਿਲੇਗਾ। ਪ੍ਰਭੂ ਪਰਮੇਸ਼ਵਰ ਜਗਤ ਨੂੰ ਪਿਆਰ ਕਰਦਾ, ਇਸ ਕਰਕੇ ਉਸਨੇ ਯਿਸੂ ਦਿੱਤਾ। ਪਰ ਜੋ ਯਿਸੂ ਨੂੰ ਪਿਆਰ ਕਰਦਾ ਉਸ ਨੂੰ ਪਵਿੱਤਰ ਆਤਮਾ ਮਿਲਦਾ। ਪਿਆਰ ਉਹ ਸਭ ਨੂੰ ਕਰਦਾ, ਇਸ ਕਰਕੇ ਉਸਨੇ ਯਿਸੂ ਦਿੱਤਾ। ਜੋ ਯਿਸੂ ਨੂੰ ਪਿਆਰ ਕਰਦਾ ਉਸ ਨੂੰ ਪਵਿੱਤਰ ਆਤਮਾ ਦਿੱਤਾ। ਠੀਕ। ਮੈਂ ਕਿਹਾ ਸੀ ਮੈਂ 6ਵੀਂ ਆਇਤ ਇੱਥੇ ਆ ਕੇ ਖੋਲੂੰਗਾ। ਸੋ ਇੱਥੇ ਤੁਸੀਂ ਦੇਖੋ, ਉਹ ਕਹਿੰਦਾ ਮੈਂ ਹੀ ਸੱਚ, ਮੈਂ ਹੀ ਰਾਹ, ਮੈਂ ਹੀ ਸੱਚ, ਮੈਂ ਹੀ ਜੀਵਨ ਹਾਂ। ਔਰ 20ਵੀਂ ਆਇਤ ਵਿੱਚ ਪ੍ਰਭੂ ਯਿਸੂ ਮਸੀਹ ਨੇ ਵਾਅਦਾ ਕੀਤਾ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ, ਔਰ ਮੈਂ ਤੁਹਾਡੇ ਵਿੱਚ ਹਾਂ। ਸੋ ਪ੍ਰਭੂ ਯਿਸੂ ਮਸੀਹ ਬਾਪ ਦੇ ਵਿੱਚ, ਔਰ ਉਸ ਦੇ ਨਾਲ ਫਿਰ ਯਿਸੂ ਸਾਡੇ ਵਿੱਚ, ਔਰ ਇਸ ਤਰ੍ਹਾਂ ਪ੍ਰਭੂ ਦਾ ਆਤਮਾ ਸਾਡੇ ਅੰਦਰ। ਅਗਰ ਉਹ ਸਾਡੇ ਵਿੱਚ ਜਿਹੜਾ ਕਹਿੰਦਾ ਮੈਂ ਹੀ ਰਾਹ ਆ, ਮੈਂ ਹੀ ਸੱਚ ਆ, ਮੈਂ ਹੀ ਜੀਵਨ ਆ, ਜੋ ਇਹ ਕਹਿ ਰਿਹਾ ਕਿ ਮੈਂ ਤੁਹਾਡੇ ਵਿੱਚ ਆ, ਤੇ ਉਹਦਾ ਰਾਹ ਵੀ ਸਾਡੇ ਅੰਦਰ ਆ, ਉਹਦਾ ਸੱਚ ਵੀ ਸਾਡੇ ਅੰਦਰ ਆ, ਉਹਦਾ ਜੀਵਨ ਵੀ ਸਾਡੇ ਅੰਦਰ। ਆਮੇਨ। ਆਓ तो प्यारे प्रभु तेरा बहुत शुक्र करते हैं तेरी दया दे ਲਈ, तेरे रहम दे ਲਈ, तेरे प्यार दे ਲਈ।
ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਨੂੰ ਇੰਨਾ ਪਿਆਰ ਕਰਦਾ, ਤੂੰ ਆਪਣੇ ਵਾਅਦਿਆਂ ਦਾ ਸੱਚਾ। ਯੇਹੂ ਜੋ ਪ੍ਰਭੂ ਜੀ ਤੇਰੇ ਸਾਹਮਣੇ ਬੁੱਤ ਪ੍ਰਸਤੀ ਕਰਦਾ ਸੀ, ਜੇ ਤੂੰ ਉਸ ਨੂੰ ਕੀਤਾ ਹੋਇਆ ਵਾਅਦਾ ਤੂੰ ਰੱਖ ਸਕਦਾ ਤੇ ਖੁਦਾਵੰਦ ਸਾਡੇ ਨਾਲ ਵੀ ਤੂੰ ਵਾਅਦੇ ਕੀਤੇ ਔਰ ਆਪਣੇ ਵਾਅਦਿਆਂ ਨੂੰ ਰੱਖਣ ਵਾਲਾ। ਮੇਰੇ ਪਿਆਰੇ ਪ੍ਰਭੂ, ਤੂੰ ਸਾਨੂੰ ਆਪਣੀ ਬਰਕਤ ਦੇ, ਆਪਣੀ ਹਜ਼ੂਰੀ ਦੇ ਨਾਲ ਤੂੰ ਸਾਨੂੰ ਮਾਲਾ ਮਾਲ ਕਰੀ, ਸਾਨੂੰ ਆਪਣੇ ਰਸਤਿਆਂ ਤੇ ਚਲਾਈ, ਕਿਉਂਕਿ ਰਸਤਾ ਸਾਡੇ ਅੰਦਰ ਹੀ ਆ ਪ੍ਰਭੂ ਜੀ, ਜੀਵਨ ਸਾਡੇ ਅੰਦਰ ਆ, ਤੇਰਾ ਸੱਚ ਸਾਡੇ ਅੰਦਰ, ਤੇਰਾ ਸੱਚ ਸਾਨੂੰ ਸੰਭਾਲ ਕੇ ਰੱਖੇ ਕਿ ਤੇਰੇ ਰਸਤਿਆਂ ਤੇ ਚੱਲ ਕੇ ਜੀਵਨ ਔਰ ਜੀਵਨ ਉਸ ਸੁਦੀਪਕ ਜੀਵਨ ਤੱਕ ਪਹੁੰਚੀਏ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਪ੍ਰਭੂ ਤੁਹਾਨੂੰ ਬਲੈਸ ਕਰੇ, ਤੁਹਾਡੇ ਨਾਲ ਬਣਿਆ ਰਹੇ। ਸੰਡੇ ਨੂੰ ਚਰਚ ਦੇ ਵਿੱਚ ਮਿਲਾਂਗੇ ਔਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਨਵਾਈਟ ਕਰਾਂਗਾ, ਆਪਣੇ ਭੈਣਾਂ ਭਰਾਵਾਂ ਨੂੰ ਇਨਵਾਈਟ ਕਰਾਂਗੇ 130 ਕਿੰਗ ਰੋਡ ਚਰਚ ਤੇ ਸਾਡੀ ਚਰਚ ਲੱਗਦੀ ਹੈ, ਟਾਈਮ ਹੋਇਆ ਤਾਂ ਜ਼ਰੂਰ ਆਇਓ। ਹਾਂਜੀ, ਸਤਿ ਸ੍ਰੀ ਅਕਾਲ ਫੇਥ everybody